ਜਦੋਂ ਮੈਨੂੰ ਯਾਤਰਾ ਕਰਨ ਦਾ ਮੌਕਾ ਮਿਲਦਾ ਹੈ, ਜਦੋਂ ਮੈਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤ ਨੂੰ ਮਿਲਣ ਦਾ ਮੌਕਾ ਮਿਲਦਾ ਹੈ, ਮੈਂ ਵੇਖਿਆ ਹੈ ਉੱਥੇ ਇੱਕ ਮਤਭੇਦ ਹੈ। ਉੱਥੇ ਸਿੱਖੀ ਵਿੱਚ ਮਤਭੇਦ ਹੈ, ਉੱਥੇ ਜਵਾਨਾਂ ਵਿੱਚ ਮਤਭੇਦ ਹਨ ਅਤੇ ਮਤਭੇਦ ਦੀਆਂ ਜੜ੍ਹਾਂ ਇਸ ਤੱਥ ਵੱਲ ਜਾਂਦੀਆਂ ਹਨ ਕਿ ਉੱਥੇ ਪੀੜ੍ਹੀਆਂ ਵਿੱਚ ਅੰਤਰ ਹੈ ਅਤੇ ਜ਼ਿਆਦਾਤਰ ਲੋਕ ਹੁਣ ਸਿੱਖੀ ਤੋਂ ਟੁੱਟਦੇ ਜਾ ਰਹੇ ਹਨ। ਉਹ ਇਸ ਨੂੰ ਨਹੀਂ ਸਮਝਦੇ, ਉਹ ਨਹੀਂ ਜਾਣਦੇ ਕਿ ਸਿੱਖੀ ਕੀ ਹੈ ਅਤੇ ਉਹ ਨਹੀਂ ਜਾਣਦੇ ਕਿ ਇਸ ਨੂੰ ਕਿਵੇਂ ਸਮਝਣਾ ਹੈ। ਸੋ ਮੈਂ ਸੋਚਿਆ ਕਿ ਅੱਜ ਇਸ ਬਾਰੇ ਗੱਲ ਕਰਾਂ, ਕੁਝ ਬਹੁਤ ਹੀ ਸਿੱਧਾ ਅਤੇ ਸਪਸ਼ਟ। ਇਸ ਲਈ ਆਓ ਵੇਖੀਏ ਕਿ ਅੱਜ ਸਾਡੀ ਜ਼ਿੰਦਗੀ ਲਈ ਕੀ ਪੇਸ਼ਕਸ਼ ਹੈ। ਮੈਂ ਵੇਖਦਾ ਹਾਂ ਕਿ ਦੁਨੀਆ ਵਿੱਚ ਦੋ ਧਰਮ ਹਨ। ਇੱਕ ਹੈ ਧਰਮ ਨਿਰਪੇਖਤਾ ਅਤੇ ਦੂਜਾ ਹੈ ਧਾਰਮਿਕ ਹੋਣਾ। ਮੈਂ ਸਮਝਾਉਂਦਾ ਹਾਂ ਕਿ ਦੁਨੀਆ ਵਿੱਚ ਦੋ ਧਰਮ ਹੋਣ ਤੋਂ ਮੇਰਾ ਕੀ ਮਤਲਬ ਹੈ। ਸੰਸਾਰ ਵਿੱਚ ਰਹਿਣ ਦਾ ਇੱਕ ਤਰੀਕਾ ਇਹ ਹੈ ਕਿ ਤੁਸੀਂ ਸਮਾਜ ਨੂੰ ਪਰਿਭਾਸ਼ਿਤ ਕਰਨ ਦਿਓ ਕਿ ਤੁਹਾਡੀ ਜ਼ਿੰਦਗੀ ਕਿਸ ਬਾਰੇ ਹੋਣੀ ਚਾਹੀਦੀ ਹੈ। ਅਸੀਂ ਸਾਰੇ ਸੋਚਦੇ ਹਾਂ ਕਿ ਇਹੀ ਅਸਲ ਜ਼ਿੰਦਗੀ ਹੈ, ਇਹੀ ਅਸਲੀ ਦੁਨੀਆ ਹੈ ਅਤੇ ਅਸੀਂ ਅਸਲ ਦੁਨੀਆ ਵਿੱਚ ਜੀ ਰਹੇ ਹਾਂ ਅਤੇ ਉਹ ਸਿਰਫ ਅਸਲ ਦੁਨੀਆ ਦੇ ਨਿਯਮ ਹਨ। ਇਸ ਲਈ ਆਓ ਇਹਨਾਂ ਨਿਯਮਾਂ ਬਾਰੇ ਥੋੜ੍ਹਾ ਹੋਰ ਦੇਖੀਏ। ਸਮਾਜ ਤੁਹਾਨੂੰ ਸਿਖਾਉਂਦਾ ਹੈ ਕਿ ਸਮਾਜ ਵਿੱਚ ਕਿਵੇਂ ਵਿਚਰਨਾ ਹੈ। ਸਮਾਜ ਨਿਯਮ ਬਣਾਉਂਦਾ ਹੈ ਅਤੇ ਅਸੀਂ ਉਹਨਾਂ ਨਿਯਮਾਂ ਦੀ ਪਾਲਣਾ ਕਰਦੇ ਹਾਂ। ਸਮਾਜ ਤੁਹਾਨੂੰ ਦੱਸਦਾ ਹੈ ਕਿ ਕਿਵੇਂ ਰਹਿਣਾ ਹੈ ਅਤੇ ਅਸੀਂ ਉਹਨਾਂ ਦੀ ਪਾਲਣਾ ਕਰਦੇ ਹਾਂ ਕਿਉਂਕਿ ਅਸੀਂ ਉਸ ਦਾ ਹਿੱਸਾ ਰਹਿਣਾ ਚਾਹੁੰਦੇ ਹਾਂ। ਉਦਾਹਰਣ ਦੇ ਤੌਰ ਤੇ ਇਹ ਸਮਾਜ ਤੁਹਾਨੂੰ ਦੱਸਦਾ ਹੈ ਕਿ ਕੀ ਪਹਿਨਣ ਲਈ ਠੀਕ ਹੈ ਅਤੇ ਕੀ ਨਹੀਂ। ਇਸ ਸਮੇਂ ਜੋ ਵੀ ਤੁਸੀਂ ਪਹਿਨਿਆ ਹੋਇਆ ਹੈ ਇਹ ਉਹ ਨਹੀਂ ਹੈ ਜੋ ਤੁਸੀਂ ਪਹਿਨਣ ਲਈ ਚੁਣਿਆ ਹੈ। ਇਹ ਸਮਾਜ ਦੇ ਫੈਸਲਿਆਂ ਦੁਆਰਾ ਲਗਾਈ ਗਈ ਪਾਬੰਦੀ ਦੁਆਰਾ ਸੀਮਿਤ ਕੀਤੇ ਗਏ ਹਨ। ਮੈਂ ਨਹੀਂ ਵੇਖ ਪਾ ਰਿਹਾ ਕਿ ਕੋਈ ਵੀ ਜੋ ਉੱਥੇ ਬੈਠਾ ਹੈ ਉਹ 17ਵੀਂ ਸਦੀ ਦੇ ਪੰਜਾਬੀ ਕੱਪੜੇ ਪਾ ਕੇ ਬੈਠਾ ਹੋਵੇ। ਜਿਵੇਂ ਆਦਮੀ ਉਹੀ ਸ਼ਾਹੀ ਪੁਸ਼ਾਕਾਂ ਜਾਂ ਹੋਰ ਚੀਜ਼ਾਂ ਪਹਿਨਦੇ ਹੋਣ, ਅੱਜ ਕੋਈ ਵੀ ਉਸ ਨੂੰ ਕਿਉਂ ਨਹੀਂ ਪਹਿਨ ਰਿਹਾ? ਕਿਉਂਕਿ ਅਸੀਂ ਉਸ ਸਮਾਜ ਵਿੱਚ ਨਹੀਂ ਰਹਿ ਰਹੇ, ਅਸੀਂ ਅੱਜ ਦੇ ਸਮਾਜ ਵਿੱਚ ਰਹਿ ਰਹੇ ਹਾਂ। ਇਸ ਲਈ ਸਮਾਜ ਨੇ ਦੱਸਿਆ ਹੈ ਕਿ ਕੀ ਪਹਿਨਣਾ ਹੈ ਅਤੇ ਸਮਾਜ ਦੱਸਦਾ ਹੈ ਕਿ ਕਿਵੇਂ ਵਿਚਰਨਾ ਹੈ, ਕਿਵੇਂ ਵਿਵਹਾਰ ਕਰਨਾ ਹੈ, ਕੀ ਮੰਨਣਯੋਗ ਹੈ ਅਤੇ ਕੀ ਮੰਨਣਯੋਗ ਨਹੀਂ ਹੈ। ਸਮਾਜ ਤੁਹਾਨੂੰ ਦੱਸਦਾ ਹੈ ਤੁਹਾਡੇ ਵਿੱਚ ਕੀ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ। ਇਸ ਲਈ ਉਦਾਹਰਣ ਦੇ ਤੌਰ ਤੇ ਅੱਜ ਦੇ ਸਮਾਜ ਵਿੱਚ ਸਮਾਨਤਾ ਇੱਕ ਵੱਡੀ ਚੀਜ਼ ਹੈ। ਹਰ ਕਿਸੇ ਵਿੱਚ ਸਮਾਨਤਾ ਹੋਣੀ ਚਾਹੀਦੀ ਹੈ। ਇਹ ਤੁਹਾਡਾ ਅੰਦਰੂਨੀ ਵਿਚਾਰ ਨਹੀਂ ਹੈ, ਇਹ ਸਮਾਜ ਨੇ ਕਿਹਾ ਹੈ ਕਿ ਅੱਜ ਦੇ ਦਿਨ ਅਤੇ ਦੌਰ ਵਿੱਚ ਇਹੀ ਦੁਨੀਆ ਦਾ ਤਰੀਕਾ ਹੈ। ਸ਼ਾਇਦ 200 ਸਾਲ ਪਹਿਲਾਂ ਗੁਲਾਮੀ ਇੱਕ ਆਮ ਗੱਲ ਸੀ। ਗੁਲਾਮ ਰੱਖਣਾ ਆਮ ਗੱਲ ਸੀ ਕਿਉਂਕਿ ਇਹੀ ਸਮਾਜ ਨੇ ਨਿਰਧਾਰਤ ਕੀਤਾ ਸੀ। ਇਸ ਲਈ ਉਹ ਕਦਰਾਂ ਕੀਮਤਾਂ ਜੋ ਤੁਹਾਡੀ ਜ਼ਿੰਦਗੀ ਵਿੱਚ ਹਨ ਉਹ ਤੁਹਾਡੀਆਂ ਨਹੀਂ ਹਨ, ਉਹ ਤੁਹਾਨੂੰ ਦੱਸੀਆਂ ਗਈਆਂ ਹਨ। ਜਿਸ ਕਿਸਮ ਦੇ ਇਨਸਾਨ ਤੁਸੀਂ ਬਣਨਾ ਚਾਹੁੰਦੇ ਹੋ ਇਹ ਵੀ ਸਾਨੂੰ ਦੱਸਿਆ ਗਿਆ ਹੈ। ਸਮਾਜ ਕਾਮਯਾਬ ਹੋਣ ਲਈ, ਅਮੀਰ ਹੋਣ ਲਈ, ਇੱਕ ਵਧੀਆ ਤਨਖਾਹ ਲੈਣ ਲਈ ਕਹਿੰਦਾ ਹੈ ਅਤੇ ਜਦੋਂ ਤੁਸੀਂ ਬਹੁਤ ਅਮੀਰ ਹੋ ਜਾਂਦੇ ਹੋ ਤਾਂ ਤੁਸੀਂ ਇੱਕ ਵੱਡਾ ਘਰ ਖਰੀਦ ਸਕਦੇ ਹੋ ਅਤੇ ਜਦੋਂ ਤੁਸੀਂ ਬਹੁਤ ਸਾਰੇ ਘਰ ਹਾਸਿਲ ਕਰ ਲੈਂਦੇ ਹੋ ਤਾਂ ਤੁਸੀਂ ਇੱਕ ਕਿਸ਼ਤੀ, ਇੱਕ ਹੈਲੀਕਾਪਟਰ ਅਤੇ ਉਹ ਸਭ ਚੀਜ਼ਾਂ, ਜੇਕਰ ਤੁਸੀਂ ਅੱਜ ਲਾਟਰੀ ਜਿੱਤ ਜਾਂਦੇ ਹੋ, ਉਹ ਸਭ ਚੀਜ਼ਾਂ ਜੋ ਤੁਹਾਡੇ ਦਿਮਾਗ ਵਿੱਚ ਆਉਂਦੀਆਂ ਹਨ ਕਿ ਤੁਸੀਂ ਕੀ ਖਰੀਦਣਾ ਚਾਹੁੰਦੇ ਹੋ, ਉਹ ਵੀ ਤੁਹਾਨੂੰ ਦੱਸਿਆ ਗਿਆ ਹੈ। ਇਹ ਵੀ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਅਤੇ ਤੁਹਾਡਾ ਅਨੁਮਾਨ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਇਹ ਵੀ ਤੁਹਾਡਾ ਨਹੀਂ ਹੈ। ਅਤੇ ਇਸ ਧਰਮ ਨਿਰਪੇਖਤਾ ਵਾਲੇ ਧਰਮ ਵਿੱਚ ਇੱਥੇ ਇੱਕ ਪਰਮਾਤਮਾ ਹੈ ਅਤੇ ਪਰਮਾਤਮਾ ਇੱਕ ਮਾਇਆ ਹੈ। ਪਰ ਮੈਂ ਇਹ ਨਹੀਂ ਕਹਿੰਦਾ ਕਿ ਮਾਇਆ ਦਾ ਮਤਲਬ ਪੈਸਾ ਹੈ। ਮਾਇਆ ਦੇ ਅੱਖਰੀ ਅਰਥ ਨੂੰ ਵਸਤੂ, ਪਦਾਰਥ, ਭੌਤਿਕ ਦੇ ਤੌਰ ਤੇ ਅਨੁਵਾਦ ਕੀਤਾ ਜਾ ਸਕਦਾ ਹੈ। ਇਸ ਧਰਮ ਨਿਰਪੇਖਤਾ ਵਾਲੇ ਧਰਮ ਦਾ ਪਰਮਾਤਮਾ ਉਹ ਹਰ ਭੌਤਿਕ ਚੀਜ਼ ਹੈ। ਉਹ ਸਭ ਚੀਜ਼ਾਂ ਜਿਨ੍ਹਾਂ ਨੂੰ ਸਾਡੀਆਂ ਗਿਆਨ ਇੰਦਰੀਆਂ ਛੋਹ, ਚੱਖ, ਸੁੰਘ ਅਤੇ ਆਨੰਦ ਲੈ ਸਕਦੀਆਂ ਹਨ ਅਤੇ ਇਹ ਉਹੀ ਹੈ ਜਿਸ ਦੀ ਅਸੀਂ ਇੱਛਾ ਕਰਦੇ ਹਾਂ। ਅਤੇ ਇਸ ਧਰਮ ਵਿੱਚ ਇੱਕ ਇਨਾਮ ਹੈ ਅਤੇ ਇਸ ਧਰਮ ਦਾ ਇਨਾਮ ਪਦਾਰਥਕ ਸਫਲਤਾ ਹੈ। ਜਿੰਨਾ ਜ਼ਿਆਦਾ ਤੁਸੀਂ ਇਸ ਧਰਮ ਨਿਰਪੇਖਤਾ ਸਮਾਜ ਦੇ ਨਿਯਮਾਂ ਦੀ ਪਾਲਣਾ ਕਰੋਗੇ, ਇਨਾਮ ਵਧੇਰੇ ਪਦਾਰਥਕ ਸਫਲਤਾ ਦੇ ਰੂਪ ਵਿੱਚ ਹੋਵੇਗਾ। ਸੋ ਇਹ ਧਰਮ ਦੇ ਰੂਪ ਵਿੱਚ ਸਮਾਜ ਧਰਮ ਨਿਰਪੇਖਤਾ ਹੈ ਅਤੇ ਦੂਜਾ ਰਿਵਾਇਤੀ ਧਰਮ ਹੈ।
ਅਤੇ ਇਸ ਵਿੱਚ ਵੀ ਇੱਕੋ ਜਿਹੇ ਨਿਯਮਾਂ ਦਾ ਸਮੂਹ ਹੁੰਦਾ ਹੈ। ਉਹ ਧਰਮ, ਜਿਹੜਾ ਵੀ ਧਰਮ ਹੈ, ਆਮ ਤੌਰ 'ਤੇ ਤੁਹਾਨੂੰ ਦੱਸਦਾ ਹੈ ਕਿ ਕੀ ਪਹਿਨਣਾ ਹੈ। ਆਮ ਤੌਰ 'ਤੇ ਤੁਹਾਨੂੰ ਦੱਸਦਾ ਹੈ ਕਿ ਕਿੰਨਾ ਗੁਣਾਂ ਦੀ ਇੱਛਾ ਕਰਨੀ ਹੈ। ਤੁਹਾਨੂੰ ਪਤਾ ਹੈ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਇਹ ਵੀ ਤੁਹਾਨੂੰ ਦੱਸਦੀ ਹੈ ਕਿ ਗੁਰਸਿੱਖ ਕੀ ਹੈ। ਇਸ ਲਈ ਤੁਸੀਂ ਸੋਚ ਸਕਦੇ ਹੋ, ਠੀਕ ਹੈ, ਮੈਨੂੰ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਠੀਕ ਹੈ, ਇਹ ਤੁਹਾਨੂੰ ਦੱਸਦੀ ਹੈ ਕਿ ਤੁਹਾਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ। ਇਸ ਵਿੱਚ ਇੱਕ ਸਲਾਹ ਵੀ ਹੈ ਕਿ ਤੁਹਾਨੂੰ ਸਵੇਰੇ ਕੀ ਕਰਨਾ ਚਾਹੀਦਾ ਹੈ, ਤੁਹਾਨੂੰ ਕਿਵੇਂ ਨਹਾਉਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ। ਸਾਰੇ ਧਰਮਾਂ ਦੇ ਕੁਝ ਨਿਯਮ ਹੁੰਦੇ ਹਨ, ਕੁਝ ਖਾਸ ਸਥਾਨ ਜਿੱਥੇ ਤੁਹਾਨੂੰ ਜਾਣਾ ਚਾਹੀਦਾ ਹੈ। ਇਸ ਲਈ ਧਰਮ ਤੁਹਾਨੂੰ ਕੁਝ ਵਿਸ਼ੇਸ਼ਤਾਵਾਂ ਦਿੰਦਾ ਹੈ ਜਿਨ੍ਹਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਅਪਣਾਉਣਾ ਹੈ। ਅਤੇ ਧਰਮ ਦਾ ਪਰਮਾਤਮਾ ਉਹ ਕੁਝ ਹੈ ਜੋ ਸੂਖਮ ਹੈ। ਜੇਕਰ ਸਮਾਜ ਅਤੇ ਧਰਮ ਨਿਰਪੇਖਤਾ ਦਾ ਰੱਬ ਪਦਾਰਥ ਦੇ ਰੂਪ ਵਿੱਚ ਹੈ, ਤਾਂ ਫਿਰ ਧਰਮ ਵਿੱਚ ਕੁਝ ਅਜਿਹਾ ਹੈ ਜੋ ਸੂਖਮ ਹੈ, ਜੋ ਤੁਸੀਂ ਦੇਖ ਨਹੀਂ ਸਕਦੇ, ਤੁਸੀਂ ਛੂ ਨਹੀਂ ਸਕਦੇ। ਅਤੇ ਇਨਾਮ ਵੀ ਸੂਖਮ ਹੈ। ਸਮਾਜ ਕਹਿੰਦਾ ਹੈ, ਜੇ ਤੁਸੀਂ ਸਮਾਜ ਦੇ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਸੀਂ ਵੱਧ ਪਦਾਰਥਕ ਸਫਲਤਾ ਪਾਓਗੇ ਅਤੇ ਤੁਸੀਂ ਅੰਤ ਵਿੱਚ ਵਧੇਰੇ ਪਦਾਰਥਕ ਸਫਲਤਾ ਦੇ ਰੂਪ ਵਿੱਚ ਇਨਾਮ ਪ੍ਰਾਪਤ ਕਰੋਗੇ। ਅਤੇ ਧਰਮ ਤੁਹਾਨੂੰ ਸਿਖਾਉਂਦਾ ਹੈ, ਜਿੰਨਾ ਤੁਸੀਂ ਧਾਰਮਿਕ ਕੰਮ ਕਰੋਗੇ, ਅੰਤ ਵਿੱਚ ਤੁਸੀਂ ਕੁਝ ਇਨਾਮ ਪ੍ਰਾਪਤ ਕਰੋਗੇ। ਇਸ ਲਈ ਇਹ ਸੰਸਾਰ ਦੇ ਦੋ ਧਰਮ ਹਨ। ਅਸੀਂ ਹੁਣ ਕੀ ਵੇਖ ਰਹੇ ਹਾਂ? ਜਿਵੇਂ ਜਿਵੇਂ ਹਰ ਪੀੜ੍ਹੀ ਚੱਲਦੀ ਜਾ ਰਹੀ ਹੈ, ਨੌਜਵਾਨ ਪੀੜ੍ਹੀਆਂ ਮੂਰਤ ਰੱਬ ਲਈ ਅਮੂਰਤ ਰੱਬ ਨੂੰ ਨਕਾਰ ਰਹੀਆਂ ਹਨ। ਉਹ ਰੱਬ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ, ਜਿਸ ਨੂੰ ਅਸੀਂ ਛੂਹ ਨਹੀਂ ਸਕਦੇ, ਨੌਜਵਾਨ ਕਹਿੰਦੇ ਹਨ ਕਿ ਅਜਿਹਾ ਰੱਬ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਬਾਅਦ ਦੇ ਜੀਵਨ ਵਿੱਚ ਇਨਾਮ ਦਾ ਇਹ ਪੂਰਾ ਵਿਚਾਰ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਮੈਂ ਇਨਾਮ ਹੁਣੇ ਚਾਹੁੰਦਾ ਹਾਂ ਅਤੇ ਇਸ ਸੰਸਾਰ ਦਾ ਰੱਬ ਕੁਝ ਅਜਿਹਾ ਹੈ ਜਿਸ ਨੂੰ ਮੈਂ ਛੂਹ ਸਕਦਾ ਹਾਂ, ਮਹਿਸੂਸ ਕਰ ਸਕਦਾ ਹਾਂ। ਅਤੇ ਇਹ ਸਭ ਕੁਝ ਹੈ ਤੁਹਾਡੀਆਂ ਸਾਰੀਆਂ ਗਿਆਨ ਇੰਦਰੀਆਂ, ਸਾਰੇ ਸੁੱਖ, ਸਾਰੀਆਂ ਖੁਸ਼ੀਆਂ ਅਤੇ ਸਾਰੇ ਅਨੁਭਵ ਜੋ ਬਾਹਰ ਅਸਲ ਦੁਨੀਆ ਵਿੱਚ ਹਨ, ਉਹ ਰੱਬ ਹੈ ਜਿਸ ਦੇ ਪਿੱਛੇ ਉਹ ਭੱਜ ਰਹੇ ਹਨ। ਇਸ ਲਈ ਨੌਜਵਾਨ ਦ੍ਰਿਸ਼ਮਾਨ ਰੱਬ ਲਈ ਅਦ੍ਰਿਸ਼ ਰੱਬ ਨੂੰ ਨਕਾਰ ਰਹੇ ਹਨ। ਹੁਣ ਅਸੀਂ ਗੁਰਮਤਿ ਬਾਰੇ ਗੱਲ ਕਰਾਂਗੇ। ਅਤੇ ਗੁਰਬਾਣੀ ਕਹਿੰਦੀ ਹੈ ਕਿ ਜੀਵਨ ਇੱਕ ਖੇਡ ਹੈ ਅਤੇ ਤੁਸੀਂ ਤੇ ਮੈਂ ਇਸ ਨਾਲ ਗਲਤ ਢੰਗ ਨਾਲ ਖੇਡ ਰਹੇ ਹਾਂ। ਅਸੀਂ ਇਸ ਨੂੰ ਸਹੀ ਢੰਗ ਨਾਲ ਨਹੀਂ ਖੇਡ ਰਹੇ। ਧਿਆਨ ਦਿਓ, ਗੁਰੂ ਇਸ ਬਾਰੇ ਗੱਲ ਨਹੀਂ ਕਰ ਰਹੇ ਕਿ ਤੁਸੀਂ ਕਿਹੜਾ ਧਰਮ ਅਪਣਾਓ। ਗੁਰਬਾਣੀ ਕਹਿੰਦੀ ਹੈ ਕਿ ਧਾਰਮਿਕ ਮਨੁੱਖ ਉਹ ਵੀ ਇਸ ਨੂੰ ਗਲਤ ਤਰੀਕੇ ਨਾਲ ਖੇਡ ਰਹੇ ਹਨ। ਗੁਰਬਾਣੀ ਦੀ ਮਸ਼ਹੂਰ ਕਹਾਵਤ ਹੈ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਦੋਹਾਂ ਅੱਖਾਂ ਤੋਂ ਅੰਨਾ ਹੈ, ਮੁਸਲਮਾਨ ਇੱਕ ਅੱਖ ਤੋਂ ਕਾਣਾ ਹੈ। ਉਹ ਥੋੜ੍ਹਾ ਬਹੁਤ ਵੇਖ ਸਕਦਾ ਹੈ, ਪਰ ਇਹਨਾਂ ਦੋਵਾਂ ਤੋਂ ਉੱਪਰ, ਇਹਨਾਂ ਦੋਨਾਂ ਤੋਂ ਸਿਆਣਾ, ਇਹਨਾਂ ਦੋਵਾਂ ਤੋਂ ਉੱਤਮ ਇੱਕ ਗਿਆਨੀ ਹੈ, ਅਧਿਆਤਮਿਕ ਤੌਰ 'ਤੇ ਅਕਲਮੰਦ। ਇਸ ਲਈ ਸਾਨੂੰ ਗੁਰਮਤਿ ਅਤੇ ਗੁਰਬਾਣੀ ਬਾਰੇ ਬੜੇ ਧਿਆਨ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਨੂੰ ਇੱਕ ਹੋਰ ਧਰਮ ਵਜੋਂ ਨਾ ਵੇਖਿਆ ਜਾਵੇ, ਕਿਉਂਕਿ ਇਹ ਇੱਕ ਅਲੱਗ ਧਰਮ ਨਹੀਂ ਹੈ। ਇਹ ਸਰਬ ਧਰਮ ਹੈ, ਸ੍ਰੇਸ਼ਟ ਧਰਮ ਹੈ। ਇਹ ਧਰਮਾਂ ਦਾ ਧਰਮ ਹੈ। ਇਹ ਇਸ ਤਰ੍ਹਾਂ ਨਹੀਂ ਹੈ ਕਿ ਤੁਹਾਡੇ ਕੋਲ ਇੱਕ ਮੌਕਾ ਹੈ ਕਿ ਬੱਚੇ ਤੁਸੀਂ ਸਿੱਖ ਬਣ ਸਕਦੇ ਹੋ, ਤੁਸੀਂ ਹਿੰਦੂ, ਤੁਸੀਂ ਬੋਧੀ ਜਾਂ ਤੁਸੀਂ ਮੁਸਲਮਾਨ ਬਣ ਸਕਦੇ ਹੋ ਜਾਂ ਈਸਾਈ ਬਣ ਸਕਦੇ ਹੋ। ਇਹ ਗੁਰਮਤਿ ਨਹੀਂ ਹੈ। ਗੁਰਮਤਿ ਉਹਨਾਂ ਬਖਸ਼ਿਆਂ ਵਿੱਚੋਂ ਇੱਕ ਨਹੀਂ ਹੈ। ਗੁਰਮਤਿ ਉਹ ਹੈ ਜੋ ਦੱਸਦੀ ਹੈ ਕਿ ਹਰ ਇੱਕ ਲਈ ਜੀਵਨ ਕਿਸ ਬਾਰੇ ਹੈ, ਮਨੁੱਖਾਂ ਬਾਰੇ। ਅਤੇ ਗੁਰਬਾਣੀ ਕਹਿੰਦੀ ਹੈ ਕਿ ਗ੍ਰਸਤੀ ਆਦਮੀ ਅਤੇ ਧਾਰਮਿਕ ਆਦਮੀ ਦੋਵੇਂ ਇਸ ਖੇਡ ਨੂੰ ਗਲਤ ਤਰੀਕੇ ਨਾਲ ਖੇਡ ਰਹੇ ਹਨ। ਅਤੇ ਗੁਰੂ ਜੀ ਦੱਸਦੇ ਹਨ ਕਿ ਇਹ ਇੱਕ ਅਲੱਗ ਤਰੀਕਾ ਹੈ। ਅਸੀਂ ਗੱਲ ਕਰਦੇ ਹਾਂ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇਵ ਜੀ ਨੇ ਕੁਝ ਕੱਟੜ, ਕੁਝ ਨਿਰਮਲ ਸ਼ੁਰੂ ਕੀਤਾ। ਤੀਸਰਾ ਰਾਹ, ਤੀਸਰਾ ਪੰਥ, ਇਸ ਨੂੰ ਜੀਵਨ ਦੇ ਇੱਕ ਅਲੱਗ ਤਰੀਕੇ ਵਜੋਂ ਵੀ ਦਰਸਾਇਆ ਗਿਆ ਹੈ। ਇਸ ਲਈ ਸੰਸਾਰਕ ਅਤੇ ਧਾਰਮਿਕ ਜੀਵਨ ਦੋਹਾਂ ਨੇ ਇਸ ਨੂੰ ਗਲਤ ਤਰੀਕੇ ਨਾਲ ਖੇਡਿਆ ਹੈ, ਕਿਉਂਕਿ ਇਸ ਖੇਡ ਵਿੱਚ ਉਹਨਾਂ ਨੇ ਮੁੱਖ ਕਿਰਦਾਰ ਮੈਂ ਨੂੰ ਬਣਾ ਦਿੱਤਾ ਹੈ। ਮੈਂ ਦੁਹਰਾਉਣਾ ਚਾਹਾਂਗਾ ਕਿ ਤੁਹਾਡੇ ਅਤੇ ਮੇਰੇ ਦੁਆਰਾ ਇਸ ਖੇਡ ਨੂੰ ਗਲਤ ਖੇਡਣ ਦਾ ਕਾਰਨ ਇਹ ਹੈ ਕਿ ਇਸ ਖੇਡ ਦਾ ਮੁੱਖ ਕਿਰਦਾਰ ਹਮੇਸ਼ਾ ਮੈਂ ਰਿਹਾ ਹੈ। ਮੈਂ ਮੁੱਖ ਕਿਰਦਾਰ ਹਾਂ ਅਤੇ ਮੈਂ ਚੁਣ ਸਕਦਾ ਹਾਂ ਕਿ ਮੈਂ ਧਾਰਮਿਕ ਹੋਵਾਂ ਜਾਂ ਦੁਨਿਆਵੀ ਹੋਵਾਂ
ਪਰ ਆਖਿਰ ਵਿੱਚ ਮੈਂ ਹੀ ਮੇਰਾ ਰੱਬ ਹਾਂ। ਮੈਂ ਇਸ ਖੇਡ ਦਾ ਕੇਂਦਰ ਬਿੰਦੂ ਹਾਂ। ਅਤੇ ਗੁਰਮਤਿ ਇਸ ਦੇ ਬਾਰੇ ਸਾਨੂੰ ਕਹਿੰਦੀ ਹੈ ਕਿ ਤੁਸੀਂ ਕਦੇ ਵੀ ਇਸ ਖੇਡ ਦੇ ਕੇਂਦਰ ਬਿੰਦੂ ਨਹੀਂ ਸੀ। ਇਸ ਖੇਡ ਦਾ ਵਿਸ਼ਾ ਕਦੇ ਵੀ ਤੁਹਾਡੇ ਬਾਰੇ ਨਹੀਂ ਸੀ। ਅਤੇ ਗੁਰਮਤਿ ਨਾਲ ਦੀ ਨਾਲ ਸਾਨੂੰ ਸਿਖਾਉਂਦੀ ਹੈ ਕਿ ਤੁਸੀਂ ਧਾਰਮਿਕ ਜੀਵਨ ਅਤੇ ਧਰਮ ਨਿਰਪੇਖ ਜੀਵਨ ਦੀਆਂ ਖੇਡਾਂ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ। ਇਹਨਾਂ ਦੋਵਾਂ ਗ੍ਰਸਤੀ ਜੀਵਨ ਅਤੇ ਅਧਿਆਤਮਿਕ ਜੀਵਨ ਦਾ ਲਾਭ ਪ੍ਰਾਪਤ ਕਰ ਸਕਦੇ ਹੋ। ਇਹ ਵਿਰੋਧ ਨਹੀਂ ਹੈ। ਤੁਸੀਂ ਜਾਣਦੇ ਹੋ, ਉਹਨਾਂ ਪੁਰਾਣੇ ਦਿਨਾਂ ਵਿੱਚ ਵਿਚਾਰ ਇਹ ਸੀ ਕਿ ਜੇਕਰ ਤੁਸੀਂ ਅਧਿਆਤਮਿਕ ਹੋ ਤਾਂ ਤੁਸੀਂ ਗ੍ਰਸਤ ਜ਼ਿੰਦਗੀ ਨਹੀਂ ਜੀ ਸਕਦੇ। ਜਦੋਂ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਇੱਕ ਅਧਿਆਤਮਕ ਵਿਅਕਤੀ ਦੇ ਤੌਰ ਤੇ ਜਾਣੇ ਜਾਂਦੇ ਸਨ, ਉਹਨਾਂ ਨੇ ਅਧਿਆਤਮਕ ਸੰਸਾਰ ਨੂੰ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਨੇ ਕਿਹਾ, ਮੈਂ ਵਿਆਹ ਕਰਵਾ ਰਿਹਾ ਹਾਂ। ਉਹ ਕਹਿੰਦੇ, ਤੁਸੀਂ ਕਿਵੇਂ ਵਿਆਹ ਕਰਵਾ ਸਕਦੇ ਹੋ? ਤੁਸੀਂ ਵਿਆਹ ਕਿਵੇਂ ਕਰਵਾ ਸਕਦੇ ਹੋ? ਤੁਸੀਂ ਇੱਕ ਅਧਿਆਤਮਕ ਵਿਅਕਤੀ ਹੋ। ਆਓ ਅਤੇ ਸਾਡੇ ਵਿੱਚ ਸ਼ਾਮਿਲ ਹੋਵੋ। ਗੁਰੂ ਨਾਨਕ ਦੇਵ ਜੀ ਜਦੋਂ ਪ੍ਰਚਾਰ ਕਰਨ ਲਈ ਸਿੱਧਾਂ ਕੋਲ ਗਏ ਤਾਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ, ਸਾਨੂੰ ਦੱਸੋ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੰਸਾਰ ਸੜ ਰਿਹਾ ਹੈ ਤੇ ਲੋਕ ਜੋ ਉਹਨਾਂ ਦੀ ਮਦਦ ਕਰ ਸਕਦੇ ਹਨ ਉਹ ਪਹਾੜਾਂ ਵਿੱਚ ਬੈਠੇ ਧਿਆਨ ਲਗਾ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਵਿਚਾਰ ਨੂੰ ਨਕਾਰ ਦਿੱਤਾ ਕਿ ਜੰਗਲਾਂ ਵਿੱਚ ਜਾ ਕੇ ਬੈਠ ਜਾਓ ਜਾਂ ਕਿਤੇ ਆਸ਼ਰਮ ਵਿੱਚ ਜਾ ਕੇ ਬੈਠ ਜਾਓ, ਸਾਲਾਂ ਲਈ ਸਨਾਟੇ ਵਿੱਚ ਬੈਠ ਜਾਓ। ਗੁਰੂ ਨਾਨਕ ਦੇਵ ਜੀ ਨੇ ਦਰਸਾਇਆ ਕਿ ਤੁਸੀਂ ਅਧਿਆਤਮਕ ਦੇ ਨਾਲ-ਨਾਲ ਗ੍ਰਸਤੀ ਵੀ ਹੋ ਸਕਦੇ ਹੋ। ਅਤੇ ਸਾਰੇ ਭਗਤਾਂ ਨੇ ਵੀ ਇਸ ਨੂੰ ਸਾਬਿਤ ਕੀਤਾ ਹੈ। ਕਬੀਰ ਜੀ ਦੇ ਵੀ ਬੱਚੇ ਸਨ। ਅਸੀਂ ਗੁਰਬਾਣੀ ਵਿੱਚ ਵੇਖਦੇ ਹਾਂ, ਭਗਤ ਵੀ ਦੁਨਿਆਵੀ ਸਨ। ਇਸ ਲਈ ਗੁਰਬਾਣੀ ਇੱਕ ਤੀਸਰਾ ਰਸਤਾ ਦਿਖਾਉਂਦੀ ਹੈ, ਇੱਕ ਨਵੀਂ ਜੀਵਨ ਜਾਂਚ। ਅਤੇ ਤੁਸੀਂ ਗ੍ਰਸਤ ਦੇ ਲਾਭ ਅਤੇ ਧਾਰਮਿਕ ਲਾਭ ਇੱਕੋ ਵਾਰ ਵਿੱਚ ਪ੍ਰਾਪਤ ਕਰ ਸਕਦੇ ਹੋ। ਪਰ ਤੁਹਾਨੂੰ ਤੁਹਾਡੇ ਖੇਡ ਦੇ ਇਸ ਤਰੀਕੇ ਨੂੰ ਬਦਲਣਾ ਪਏਗਾ। ਤੁਹਾਡੇ ਜੀਵਨ ਦੇ ਖੇਡ ਦੇ ਤਰੀਕੇ ਨੂੰ ਤੁਹਾਨੂੰ ਇਸ ਨੂੰ ਬਦਲਣਾ ਪਏਗਾ। ਤੁਹਾਨੂੰ ਇਹ ਨਿਯਮ ਬਦਲਣੇ ਪੈਣਗੇ। ਅਤੇ ਜ਼ਰੂਰੀ ਕੰਮ ਜੋ ਸਾਨੂੰ ਕਰਨਾ ਚਾਹੀਦਾ ਹੈ, ਸਾਨੂੰ ਇਸ ਮੈਂ ਨੂੰ ਇਸ ਖੇਡ ਵਿੱਚੋਂ ਬਾਹਰ ਕੱਢਣਾ ਪਏਗਾ। ਮੈਂ, ਆਪਣਾਪਨ, ਇਸ ਨੂੰ ਖੇਡ ਵਿੱਚੋਂ ਬਾਹਰ ਕੱਢਣਾ ਪਏਗਾ। ਇਸ ਖੇਡ ਦੇ ਕੇਂਦਰ ਨੂੰ ਮੈਂ ਤੋਂ ਤੂੰ ਵੱਲ ਬਦਲਣਾ ਪਵੇਗਾ। ਵਿਅਕਤੀਗਤ ਤੋਂ ਵਿਆਪਕ ਵੱਲ। ਇਸ ਖੇਡ ਦਾ ਮੁੱਖ ਬਿੰਦੂ ਮੈਂ ਬਾਰੇ ਨਹੀਂ ਹੈ। ਇਸ ਖੇਡ ਦਾ ਮੁੱਖ ਬਿੰਦੂ ਇਸ ਖੇਡ ਦੇ ਨਿਰਮਾਤਾ ਬਾਰੇ ਹੈ। ਇਸ ਖੇਡ ਦਾ ਨਿਰਮਾਤਾ, ਸ਼ਤਰੰਜ ਦਾ ਨਿਰਮਾਤਾ, ਸ਼ਤਰੰਜ ਦੇ ਹਰ ਮੋਹਰੇ ਦਾ ਨਿਰਮਾਤਾ। ਇਹ ਇੱਕ ਸ਼ਤਰੰਜ ਦੀ ਖੇਡ ਹੈ ਜਿਸ ਵਿੱਚ ਅਸੀਂ ਸਾਰੇ ਹਾਂ। ਪਰ ਇਸ ਨੂੰ ਕਿਸ ਨੇ ਬਣਾਇਆ ਹੈ? ਇਹ ਕਿੱਥੋਂ ਆਈ ਹੈ? ਇਹ ਧਰਤੀ ਕੀ ਹੈ? ਇਹ ਖਿਡਾਰੀ ਕੌਣ ਹਨ? ਇਹ ਕਿਰਦਾਰ ਕੀ ਹੈ? ਇਸ ਖੇਡ ਦਾ ਮੁੱਖ ਕਿਰਦਾਰ ਅਤੇ ਸਾਡੀ ਜ਼ਿੰਦਗੀ ਵਿੱਚ ਇਹ ਮੈਂ ਨਹੀਂ ਹੋ ਸਕਦੀ। ਇਹ ਜੀਵਨ ਦੀ ਸ਼ਕਤੀ ਹੋ ਸਕਦੀ ਹੈ, ਜੀਵਨ ਵਿਚਲੀ ਸ਼ਕਤੀ, ਹਰ ਚੀਜ਼ ਵਿਚਲਾ ਜ਼ੋਰ। ਪਰ ਇੱਕ ਬਹੁਤ ਹੀ ਸਪਸ਼ਟ ਸਵਾਲ ਹੈ ਕਿ ਸਾਨੂੰ ਇਹ ਕਿਉਂ ਕਰਨਾ ਚਾਹੀਦਾ ਹੈ? ਮੁੱਦਾ ਕੀ ਹੈ? ਕਿਉਂਕਿ ਜੇਕਰ ਤੁਸੀਂ ਕੈਦ ਵਿੱਚ ਹੋ, ਉਹ ਵਿਅਕਤੀ ਜਿਸ ਕੋਲ ਕੁੰਜੀ ਹੈ ਉਹ ਰਾਜਾ ਹੈ। ਜੇਕਰ ਉਹ ਵਿਅਕਤੀ ਜਿਸ ਕੋਲ ਕੁੰਜੀ ਹੈ ਉਸ ਕੋਲ ਨਕਸ਼ਾ ਹੈ ਕਿ ਬਾਹਰ ਕਿਵੇਂ ਨਿਕਲਣਾ ਹੈ, ਉਹ ਬਹੁਤ ਸਨਮਾਨਯੋਗ ਹੈ। ਗੁਰੂ ਗ੍ਰੰਥ ਸਾਹਿਬ ਜੀ ਮਾਰਗਦਰਸ਼ਕ ਹਨ। ਉਹਨਾਂ ਲੋਕਾਂ ਦੁਆਰਾ ਲਿਖੇ ਗਏ ਜਿਨ੍ਹਾਂ ਕੋਲ ਵਿਧੀ ਸੀ ਅਤੇ ਜਿਨ੍ਹਾਂ ਨੇ ਇਸ ਖੇਡ ਨੂੰ ਜਿੱਤ ਲਿਆ ਸੀ। ਗੁਰਬਾਣੀ ਵਾਰ-ਵਾਰ ਇਸ ਬਾਰੇ ਗੱਲ ਕਰਦੀ ਹੈ, ਤੁਸੀਂ ਇਸ ਖੇਡ ਵਿੱਚ ਅਸਫਲ ਹੋ, ਤੁਸੀਂ ਹਾਰ ਰਹੇ ਹੋ। ਗੁਰਬਾਣੀ ਵਾਰ-ਵਾਰ ਇਸ ਬਾਰੇ ਗੱਲ ਕਰ ਰਹੀ ਹੈ ਕਿ ਮੈਂ ਦੁਬਾਰਾ ਵਾਪਸ ਨਹੀਂ ਆਉਣ ਵਾਲਾ। ਭਗਤ ਅਤੇ ਗੁਰੂ ਸਾਹਿਬਾਨ ਕਹਿ ਰਹੇ ਹਨ, ਮੈਂ ਜਿੱਤ ਗਿਆ ਹਾਂ, ਮੈਂ ਜ਼ਿੰਦਗੀ ਨੂੰ ਜਿੱਤ ਲਿਆ ਹੈ, ਮੈਂ ਇਸ ਖੇਡ ਨੂੰ ਜਿੱਤ ਲਿਆ ਹੈ, ਇਸ ਵਿੱਚ ਮੁਹਾਰਤ ਹਾਸਿਲ ਕਰ ਲਈ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਲੋਕਾਂ ਦੁਆਰਾ ਲਿਖੇ ਗਏ ਹਨ ਜਿਨ੍ਹਾਂ ਨੇ ਜ਼ਿੰਦਗੀ ਨੂੰ ਜਿੱਤ ਲਿਆ ਹੈ। ਤੁਸੀਂ ਦੇਖਿਆ ਕਿ ਸਿਰਫ ਇਹ ਕਿਸੇ ਹੋਰ ਧਰਮ ਵਾਂਗ ਨਹੀਂ ਹੈ। ਇਸ ਨੂੰ ਸਿਰਫ ਇੱਕ ਹੋਰ ਧਰਮ ਵਜੋਂ ਨਾ ਸਮਝੋ। ਇਹ ਕੁਝ ਹੋਰ ਹੈ। ਇਹ ਗੁਰਮਤਿ ਹੈ। ਸੋ ਅਸੀਂ ਇਸ ਕੈਦ ਵਿੱਚੋਂ ਬਾਹਰ ਕਿਉਂ ਨਿਕਲਣਾ ਚਾਹੁੰਦੇ ਹਾਂ?
ਇਹ ਇੱਕ ਬੇਤੁਕੇ ਪ੍ਰਸ਼ਨ ਵਰਗਾ ਹੈ। ਮੈਂ ਇਸ ਕੈਦ ਵਿੱਚੋਂ ਕਿਉਂ ਬਾਹਰ ਨਿਕਲਣਾ ਚਾਹਾਂਗਾ? ਮੈਂ ਇਸ ਕੈਦ ਵਿੱਚ ਕਾਫੀ ਸੁਖੀ ਹਾਂ। ਇਹ ਮੈਨੂੰ ਕੈਦ ਵਰਗਾ ਨਹੀਂ ਲੱਗਦਾ। ਇਹ ਕਾਫੀ ਆਰਾਮਦਾਇਕ ਹੈ। ਮੇਰੇ ਕੋਲ ਨਵਾਂ ਘਰ ਹੈ, ਨਵੀਂ ਕਾਰ, ਮੇਰਾ ਪਤੀ, ਮੇਰੇ ਬੱਚੇ। ਜਦੋਂ ਅਸੀਂ ਪੈਸੇ ਖਰਚਣਾ ਚਾਹੁੰਦੇ ਹਾਂ, ਅਸੀਂ ਜਾ ਕੇ ਪੈਸੇ ਖਰਚ ਦਿੰਦੇ ਹਾਂ। ਅਸੀਂ ਜਾਂਦੇ ਹਾਂ ਤੇ ਵਧੀਆ ਸਮਾਂ ਬਤੀਤ ਕਰਦੇ ਹਾਂ। ਇਹ ਕੈਦ ਵਰਗਾ ਨਹੀਂ ਲੱਗਦਾ। ਤੁਹਾਨੂੰ ਕਾਫੀ ਅੰਦਰ ਤੱਕ ਜਾਣਾ ਪਏਗਾ ਅਤੇ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛਣਾ ਪਏਗਾ, ਕੀ ਇਹ ਜ਼ਿੰਦਗੀ ਤੁਹਾਡੇ ਲਈ ਕੰਮ ਕਰ ਰਹੀ ਹੈ? ਇਹ ਇੱਕ ਮੂਲ ਪ੍ਰਸ਼ਨ ਹੈ। ਕੀ ਇਹ ਤੁਹਾਡੇ ਲਈ ਕੰਮ ਕਰ ਰਿਹਾ ਹੈ? ਜੋ ਤੁਸੀਂ ਕਰ ਰਹੇ ਹੋ, ਇਹ ਤੁਹਾਡੇ ਲਈ ਕੰਮ ਕਰ ਰਿਹਾ ਹੈ? ਤੁਸੀਂ ਕਿਵੇਂ ਪ੍ਰਭਾਸ਼ਿਤ ਕਰੋਗੇ ਕਿ ਇਹ ਕੰਮ ਕਰ ਰਿਹਾ ਹੈ ਜਾਂ ਨਹੀਂ? ਇਸ ਪ੍ਰਸ਼ਨ ਦੇ ਦੋ ਜਵਾਬ ਹਨ। ਕੀ ਇਹ ਜੀਵਨ ਤੁਹਾਡੇ ਲਈ ਕੰਮ ਕਰ ਰਿਹਾ ਹੈ? ਤੁਸੀਂ ਕਹੋਗੇ ਨਹੀਂ, ਜੀਵਨ ਕੰਮ ਨਹੀਂ ਕਰ ਰਿਹਾ। ਮੈਂ ਪੁਰਜੋਰ ਕੋਸ਼ਿਸ਼ ਕਰ ਰਿਹਾ ਹਾਂ, ਭਾਵੇਂ ਮੈਂ ਸਫਲ ਵੀ ਹਾਂ, ਪਰ ਮੈਂ ਹਰ ਸਮੇਂ ਤਣਾਅ ਵਿੱਚ ਹਾਂ, ਹਰ ਸਮੇਂ ਬੇਚੈਨ ਹਾਂ, ਹਰ ਸਮੇਂ ਚਿੰਤਿਤ ਹਾਂ। ਮੈਂ ਕਦੀ ਵੀ ਖੁਸ਼ ਨਹੀਂ। ਮੈਨੂੰ ਲੱਗਦਾ ਹੈ ਜਿਵੇਂ ਮੈਂ ਹਰ ਸਮੇਂ ਕਿਸੇ ਚੀਜ਼ ਦਾ ਪਿੱਛਾ ਕਰ ਰਿਹਾ ਹਾਂ। ਬੇਚੈਨੀ, ਇਹ ਅੱਜਕੱਲ੍ਹ ਦਾ ਇੱਕ ਵੱਡਾ ਵਿਸ਼ਾ ਹੈ। ਤਣਾਅ, ਦਿਮਾਗੀ ਸਿਹਤ। ਮੈਨੂੰ ਨਹੀਂ ਪਤਾ ਕਿ ਇੱਥੇ ਅਜਿਹਾ ਹੈ ਜਾਂ ਨਹੀਂ, ਪਰ ਨਿਸ਼ਚਿਤ ਰੂਪ ਵਿੱਚ ਪੱਛਮ ਵਿੱਚ, US, ਯੂਰਪ ਅਤੇ UK ਵਿੱਚ ਅੱਜਕੱਲ੍ਹ ਹਰ ਕੋਈ ਦਿਮਾਗੀ ਸਿਹਤ ਬਾਰੇ ਗੱਲ ਕਰ ਰਿਹਾ ਹੈ, ਕਿਉਂਕਿ ਉਹਨਾਂ ਨੇ ਅਹਿਸਾਸ ਕੀਤਾ ਹੈ ਕਿ ਉਹ ਖੇਡ ਜੋ ਸਾਰੇ ਇਕੱਠੇ ਖੇਡ ਰਹੇ ਹਾਂ, ਉਹ ਅਸਲ ਵਿੱਚ ਪੂਰਾ ਨਹੀਂ ਹੋਇਆ। ਇਸ ਨੇ ਸਾਨੂੰ ਬਹੁਤ ਸਾਰੀਆਂ ਪਦਾਰਥਕ ਚੀਜ਼ਾਂ ਦਿੱਤੀਆਂ ਹਨ, ਪਰ ਇਸ ਨੇ ਸਾਨੂੰ ਸੂਖਮ ਚੀਜ਼ਾਂ ਨਹੀਂ ਦਿੱਤੀਆਂ। ਇਸ ਲਈ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛੋ, ਇਹੀ ਉਹ ਖੇਡ ਹੈ ਜਿਸ ਲਈ ਤੁਸੀਂ ਕਰਮ ਕਰ ਰਹੇ ਹੋ? ਜਾਂ ਤਾਂ ਤੁਸੀਂ ਕਹੋਗੇ ਨਹੀਂ, ਇਹ ਮੇਰੇ ਲਈ ਕੰਮ ਨਹੀਂ ਕਰ ਰਹੀ, ਜਾਂ ਤੁਸੀਂ ਕਹੋਗੇ ਦਰਅਸਲ ਇਹ ਮੇਰੇ ਲਈ ਕੰਮ ਕਰ ਰਹੀ ਹੈ। ਹੁਣ ਮੇਰੀ ਜ਼ਿੰਦਗੀ ਵਧੀਆ ਚੱਲ ਰਹੀ ਹੈ। ਮੈਨੂੰ ਮੇਰੀ ਜ਼ਿੰਦਗੀ ਵਿੱਚ ਕਾਫੀ ਸੁਖਦਾਇਕ ਚੀਜ਼ਾਂ ਮਿਲ ਗਈਆਂ ਹਨ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੁਹਾਨੂੰ ਪਤਾ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਕਾਫੀ ਪੈਸੇ ਕਮਾਏ ਹਨ ਅਤੇ ਅਸੀਂ ਕਾਫੀ ਖਰਚ ਵੀ ਰਹੇ ਹਾਂ। ਇਸ ਲਈ ਮੇਰਾ ਪ੍ਰਸ਼ਨ ਉਹਨਾਂ ਲੋਕਾਂ ਨੂੰ ਹੈ ਜੋ ਕਹਿੰਦੇ ਹਨ ਕਿ ਜੀਵਨ ਚੰਗਾ ਹੈ। ਕੀ ਤੁਹਾਡਾ ਜੀਵਨ ਫਿਰ ਵੀ ਵਧੀਆ ਹੈ ਜੇਕਰ ਉਹ ਸਭ ਚੀਜ਼ਾਂ ਤੁਹਾਡੇ ਤੋਂ ਖੋਹ ਲਈਆਂ ਜਾਣ? ਭਾਈ ਸਾਹਿਬ ਜੀ ਨੇ ਗੱਲ ਕੀਤੀ, 10 ਵਸਤੂ ਲੈ ਪਾਛੈ ਪਾਵੈ। ਜਿਵੇਂ ਅਸੀਂ ਹਮੇਸ਼ਾ ਇੱਕ ਵਸਤੂ ਪਿੱਛੇ ਭੱਜਦੇ ਰਹਿੰਦੇ ਹਾਂ ਤੇ ਅਸੀਂ ਉਦਾਸ ਹੋ ਜਾਂਦੇ ਹਾਂ ਜਦੋਂ ਉਹ ਇੱਕ ਚੀਜ਼ ਜੋ ਅਸੀਂ ਚਾਹੁੰਦੇ ਸੀ ਉਹ ਹਜੇ ਤੱਕ ਮੈਨੂੰ ਕਿਉਂ ਨਹੀਂ ਮਿਲੀ। ਸੁਖਮਨੀ ਸਾਹਿਬ ਸਾਨੂੰ ਕੀ ਦੱਸ ਰਹੀ ਹੈ? ਕੀ ਹੋਵੇ ਜੇਕਰ ਬਾਕੀ ਸਭ ਕੁਝ ਤੁਹਾਡੇ ਤੋਂ ਖੋਹ ਲਿਆ ਜਾਵੇ? ਕੀ ਤੁਸੀਂ ਫਿਰ ਵੀ ਖੁਸ਼ ਹੋਵੋਗੇ? ਇਸ ਤਰ੍ਹਾਂ ਦੇ ਪ੍ਰਸ਼ਨ ਹਨ ਜੋ ਗੁਰੂ ਸਾਡੇ ਤੋਂ ਪੁੱਛਦੇ ਹਨ। ਇਸ ਲਈ ਜੇਕਰ ਤੁਸੀਂ ਸੋਚਦੇ ਹੋ ਕਿ ਹੁਣ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੈ, ਮੈਂ ਬਹੁਤ ਸੌਖਾ ਹਾਂ, ਧੰਨਵਾਦ ਪਰ ਕੋਈ ਧੰਨਵਾਦ ਨਹੀਂ, ਮੈਨੂੰ ਇਹ ਧਾਰਮਿਕ ਚੀਜ਼ਾਂ ਨਹੀਂ ਚਾਹੀਦੀਆਂ, ਆਪਣੇ ਆਪ ਨੂੰ ਪੁੱਛੋ ਕਿ ਅਜੇ ਵੀ ਬਹੁਤ ਚੰਗਾ ਹੈ ਜਦੋਂ ਤੁਹਾਡੇ ਸਰੀਰ ਵਿੱਚ ਵਿਗਾੜ ਪੈਣਾ ਸ਼ੁਰੂ ਹੋ ਜਾਵੇ, ਜਦੋਂ ਤੁਹਾਡਾ ਘਰ ਟਹਿਣਾ ਸ਼ੁਰੂ ਹੋ ਜਾਵੇ, ਜਦੋਂ ਤੁਹਾਡੇ ਬੈਂਕ ਵਿੱਚ ਜਮ੍ਹਾਂ ਪੂੰਜੀ ਖਤਮ ਹੋ ਜਾਵੇ? ਕੀ ਹੋਵੇ ਜਦੋਂ ਤੁਹਾਡੇ ਦੋਸਤ ਤੁਹਾਡੇ ਤੋਂ ਦੂਰ ਚਲੇ ਜਾਣ? ਕੀ ਹੋਵੇ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਆਲੇ ਦੁਆਲੇ ਮਰਨਾ ਸ਼ੁਰੂ ਹੋ ਜਾਵੇ? ਇਹ ਸਭ ਜੇਕਰ ਦੇ ਪ੍ਰਸ਼ਨ ਨਹੀਂ ਹਨ, ਇਹ ਜਦੋਂ ਦੇ ਪ੍ਰਸ਼ਨ ਹਨ। ਤੁਹਾਡੇ ਆਸ-ਪਾਸ ਸਭ ਕੁਝ ਢਹਿਣਾ ਸ਼ੁਰੂ ਹੋ ਜਾਵੇ, ਕੀ ਤੁਸੀਂ ਫਿਰ ਵੀ ਖੁਸ਼ ਹੋਵੋਗੇ? ਇਹੀ ਕਾਰਨ ਹੈ ਕਿ ਤੁਸੀਂ ਵੱਡੀ ਉਮਰ ਦੇ ਲੋਕਾਂ ਨੂੰ ਧਰਮ ਵੱਲ ਜਾਂਦਾ ਵੇਖਦੇ ਹੋ। ਕਿਉਂ? ਸਾਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਹੈ, ਕਿਉਂਕਿ ਉਹਨਾਂ ਨੇ ਪ੍ਰਤੱਖ ਦੇਖਿਆ ਹੈ। ਮੈਂ ਕੀਤਾ ਹੈ, ਮੈਂ ਸਭ ਕੁਝ ਕੀਤਾ ਹੈ, ਮੈਂ ਪਰਿਵਾਰਿਕ ਕੰਮ ਕੀਤੇ ਹਨ, ਮੈਂ ਆਪਣੀਆਂ ਜ਼ਿੰਮੇਵਾਰੀਆਂ ਵੱਲ ਧਿਆਨ ਦਿੱਤਾ ਹੈ, ਮੈਂ ਪੜ੍ਹਾਈ ਵਾਲੇ ਕੰਮ ਕੀਤੇ ਹਨ, ਮੈਂ ਬਹੁਤ ਸਾਰੇ ਪੈਸੇ ਕਮਾਏ ਹਨ, ਪਰ ਇਸ ਨੇ ਮੈਨੂੰ ਖੁਸ਼ੀ ਨਹੀਂ ਦਿੱਤੀ। ਇਸ ਲਈ ਸਾਨੂੰ ਆਪਣੇ ਵੱਡਿਆਂ ਤੋਂ ਸਿੱਖਣਾ ਚਾਹੀਦਾ ਹੈ। ਉਹ ਮੂਰਖ ਨਹੀਂ ਹਨ ਕਿ ਉਹ ਅਧਿਆਤਮ ਵੱਲ ਜਾ ਰਹੇ ਹਨ। ਉਹ ਕਹਿ ਰਹੇ ਹਨ, ਹੋਰ ਕੁਝ ਵੀ ਕੰਮ ਕਰਦਾ ਨਹੀਂ ਜਾਪਦਾ, ਪਰ ਇਹ ਜਵਾਨੀ ਸਾਡੀ ਬੇਸਮਝੀ ਵਿੱਚ, ਵੈਸੇ ਮੈਂ ਆਪਣੇ ਆਪ ਨੂੰ ਜਵਾਨਾਂ ਵਿੱਚ ਰੱਖਦਾ ਹਾਂ, ਮੈਨੂੰ ਉਮੀਦ ਹੈ ਕਿ ਇਸ ਦੀ ਆਗਿਆ ਹੈ। ਮੈਨੂੰ ਪਤਾ ਹੈ ਮੇਰੀ ਦਾੜੀ ਹੁਣ ਕਾਫੀ ਚਿੱਟੀ ਹੈ। ਸਾਡੀ ਬੇਸਮਝੀ ਨਾਲ ਅਸੀਂ ਕਹਿੰਦੇ ਹਾਂ, ਨਹੀਂ, ਜਦੋਂ ਮੈਂ ਵੱਡਾ ਹੋ ਜਾਵਾਂਗਾ ਉਸ ਸਮੇਂ ਹੀ ਮੈਂ ਧਾਰਮਿਕ ਕੰਮ ਕਰਾਂਗਾ। ਮੈਂ ਉਦੋਂ ਤੁਹਾਡੇ ਨਾਲ ਆਵਾਂਗਾ ਜਦੋਂ ਮੈਂ ਤੁਹਾਡੀ ਉਮਰ ਦਾ ਹੋ ਜਾਵਾਂਗਾ। ਪਰ ਅਸੀਂ ਨਹੀਂ ਸਮਝ ਪਾਉਂਦੇ ਕਿ ਕੁਝ ਹੈ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਹਰ ਚੀਜ਼ ਦੇ ਹੇਠਲੇ ਪੱਧਰ ਤੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਲਈ ਜ਼ਿੰਦਗੀ ਦੇ ਖੇਡ ਨੂੰ ਜਿੱਤਣਾ ਕਿਹੋ ਜਿਹਾ ਲੱਗਦਾ ਹੈ? ਇਹ ਅਹਿਸਾਸ ਕਿਸ ਤਰ੍ਹਾਂ ਦਾ ਹੈ? ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਧਿਆਨ ਨੂੰ ਉਸ ਪਲ ਵੱਲ ਵਾਪਸ ਲੈ ਜਾਓ ਜੇਕਰ ਤੁਸੀਂ ਇਹ ਅਨੁਭਵ ਕੀਤਾ ਹੋਵੇ ਜਿੱਥੇ ਤੁਸੀਂ ਪ੍ਰੀਖਿਆ ਵਿੱਚ ਬੈਠਣ ਲੱਗੇ ਹੋਵੋ। ਤੁਸੀਂ ਪ੍ਰੀਖਿਆ ਹਾਲ ਵਿੱਚ ਆਉਂਦੇ ਹੋ ਅਤੇ ਤੁਸੀਂ ਪ੍ਰੀਖਿਆ ਲਈ ਬਹੁਤ ਤਿਆਰੀ ਕੀਤੀ ਹੈ ਅਤੇ ਤੁਸੀਂ ਪ੍ਰੀਖਿਆ ਪਰਚਾ ਖੋਲ੍ਹਦੇ ਹੋ ਅਤੇ ਸਾਰੇ ਪ੍ਰਸ਼ਨ ਉਹੀ ਹਨ ਜੋ ਤੁਸੀਂ ਜਾਣਦੇ ਸੀ ਕਿ ਇਹ ਪ੍ਰਸ਼ਨ ਆਉਣੇ ਹਨ ਅਤੇ ਤੁਸੀਂ ਉਹਨਾਂ ਲਈ ਪੂਰੇ ਤਿਆਰ ਹੋ। ਤੁਸੀਂ ਆਪਣੇ ਆਸ-ਪਾਸ ਦੇਖਦੇ ਹੋ ਕਿ ਹਰ ਕੋਈ ਚਿੰਤਤ ਹੈ। ਉਹ ਨਹੀਂ, ਮੈਂ ਇਸ ਪ੍ਰਸ਼ਨ ਦੀ ਤਿਆਰੀ ਨਹੀਂ ਕੀਤੀ। ਸਿਰਫ ਇੱਕ ਪਲ ਲਈ ਇੱਕ ਵਿਚਾਰ ਪ੍ਰਯੋਗ ਦੇ ਤੌਰ ਤੇ ਦੇਖੋ ਅਤੇ ਮਹਿਸੂਸ ਕਰੋ ਇਹ ਅਹਿਸਾਸ ਕਿਹੋ ਜਿਹਾ ਲੱਗਦਾ ਹੈ। ਤੁਸੀਂ ਇਮਤਿਹਾਨ ਕਮਰੇ ਵਿੱਚ ਆਉਂਦੇ ਹੋ, ਤੁਸੀਂ ਪੂਰੀ ਤਰ੍ਹਾਂ ਤਿਆਰ ਹੋ। ਇਹ ਖੁਸ਼ੀ ਨਹੀਂ ਹੈ,
ਇਹ ਆਤਮ ਵਿਸ਼ਵਾਸ ਹੈ, ਇਹ ਆਨੰਦ ਨਹੀਂ ਹੈ, ਇਹ ਸੰਤੁਸ਼ਟੀ ਹੈ, ਇਹ ਮੈਨੂੰ ਪਤਾ ਹੈ, ਇਹ ਮੈਨੂੰ ਮਿਲ ਗਿਆ ਹੈ। ਠੀਕ? ਤੁਸੀਂ ਖੁਸ਼ ਨਹੀਂ ਹੋ, ਤੁਸੀਂ ਦੁਖੀ ਨਹੀਂ ਹੋ, ਤੁਸੀਂ ਬਸ ਇੰਨੇ ਹੌਸਲੇ ਵਿੱਚ ਹੋ ਕਿ ਇਹ ਮੇਰੇ ਤਰੀਕੇ ਨਾਲ ਹੋ ਰਿਹਾ ਹੈ ਕਿਉਂਕਿ ਮੈਂ ਤਿਆਰ ਹਾਂ। ਇਹੀ ਹੈ ਜੋ ਇਸ ਖੇਡ ਨੂੰ ਜਿੱਤਣ ਤੇ ਮਹਿਸੂਸ ਹੁੰਦਾ ਹੈ। ਜ਼ਿੰਦਗੀ ਦੇ ਹਰ ਹਾਲਾਤ ਵਿੱਚ ਉਸ ਪਲ ਦੀ ਕਲਪਨਾ ਕਰੋ। ਜ਼ਿੰਦਗੀ ਦੇ ਹਰ ਹਾਲਾਤ ਵਿੱਚ ਬਾਹਰ ਭਾਵੇਂ ਕੁਝ ਵੀ ਵਾਪਰ ਰਿਹਾ ਹੋਵੇ, ਤੁਹਾਡੇ ਅੰਦਰ ਕੁਝ ਹੈ ਜੋ ਕਹਿੰਦਾ ਹੈ ਤੁਸੀਂ ਮੈਨੂੰ ਨਹੀਂ ਛੂ ਸਕਦੇ। ਮੈਂ ਠੀਕ ਹਾਂ, ਮੈਂ ਦ੍ਰਿੜ ਹਾਂ। ਕੀ ਤੁਹਾਡੀ ਜ਼ਿੰਦਗੀ ਬਿਲਕੁਲ ਇਸੇ ਤਰ੍ਹਾਂ ਹੈ? ਜਾਂ ਇਹ ਇੱਕ ਰੋਜ਼ਮਰਾ ਦੀ ਕਸ਼ਮਕਸ਼ ਜਾਂ ਇੱਕ ਰੋਜ਼ ਦਾ ਸ਼ਿਕਾਰ ਹੈ? ਗੁਰੂ ਜੀ ਕਹਿ ਰਹੇ ਹਨ, ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਇਹ ਨਹੀਂ ਲੈ ਸਕਦੇ। ਜੋ ਮੇਰੇ ਅੰਦਰ ਹੈ ਤੁਸੀਂ ਇਸ ਨੂੰ ਨਹੀਂ ਲੈ ਸਕਦੇ। ਭਗਤ ਕਹਿ ਰਹੇ ਹਨ, ਜੋ ਮੇਰੇ ਅੰਦਰ ਹੈ, ਭਾਵੇਂ ਤੁਸੀਂ ਇਸ ਨੂੰ ਸਮਝੋ, ਭਾਵੇਂ ਤੁਸੀਂ ਇਸ ਨੂੰ ਨਾ ਸਮਝੋ, ਭਾਵੇਂ ਤੁਸੀਂ ਇਸ ਨੂੰ ਮਹਿਸੂਸ ਕੀਤਾ ਹੈ ਜਾਂ ਨਹੀਂ, ਇਹ ਮੇਰੀ ਸਮੱਸਿਆ ਨਹੀਂ ਹੈ। ਤੁਸੀਂ ਇਸ ਨੂੰ ਮੇਰੇ ਤੋਂ ਦੂਰ ਨਹੀਂ ਲਿਜਾ ਸਕਦੇ। ਅਸੀਂ ਇਸ ਬਾਰੇ ਗੱਲ ਕਰਦੇ ਹਾਂ, ਇਸ ਨੂੰ ਸਾੜਿਆ ਨਹੀਂ ਜਾ ਸਕਦਾ, ਡੁਬੋਇਆ ਨਹੀਂ ਜਾ ਸਕਦਾ, ਤਸਕਰ ਨਹੀਂ ਲੇਵੈ, ਇਸ ਨੂੰ ਮੇਰੇ ਤੋਂ ਚੁਰਾਇਆ ਨਹੀਂ ਜਾ ਸਕਦਾ। ਇੱਥੇ ਕੁਝ ਹੈ, ਇਹ ਤਿਆਰੀ ਹੈ। ਇਸ ਅਹਿਸਾਸ ਦੀ ਹਰ ਦਿਨ ਕਲਪਨਾ ਕਰੋ, ਹਰ ਪਲ। ਕੋਈ ਗੱਲ ਨਹੀਂ ਤੁਸੀਂ ਆਪਣੇ ਆਲੇ ਦੁਆਲੇ ਕੀ ਖਤਰੇ ਵੇਖ ਰਹੇ ਹੋ, ਤੁਹਾਡੇ ਵਿੱਚ ਕੁਝ ਹੈ ਜੋ ਕਿ ਸਥਿਰ ਅਤੇ ਸ਼ਾਂਤ ਹੈ। ਇਹ ਉਹ ਸੁੱਖ ਨਹੀਂ ਹੈ ਜਿਸ ਦੀ ਅਸੀਂ ਸਾਰੇ ਤਲਾਸ਼ ਕਰ ਰਹੇ ਹਾਂ। ਅਸੀਂ ਸਭ ਉਸ ਆਨੰਦ ਸੁੱਖ ਦੀ ਤਲਾਸ਼ ਵਿੱਚ ਹਾਂ, ਪਰ ਗੁਰਬਾਣੀ ਸੰਤੁਲਿਤ ਰਹਿਣ ਦੀ ਗੱਲ ਕਰਦੀ ਹੈ। ਬਹੁਤ ਹੀ ਸ਼ਾਂਤ, ਸਹਿਜ। ਸਹਿਜ ਇੱਕ ਵੱਖਰਾ ਅਹਿਸਾਸ ਹੈ। ਹੁਣ ਵਾਪਸ ਉਸ ਪ੍ਰੀਖਿਆ ਵਾਲੇ ਅਹਿਸਾਸ ਵੱਲ ਜਾਓ। ਸਹਿਜ ਸ਼ਬਦ ਨੂੰ ਲਾਗੂ ਕਰੋ। ਇਹ ਬਸ ਸ਼ਾਂਤੀ ਹੈ। ਇਹ ਇੱਕ ਭਰੋਸਾ ਹੈ, ਇਹ ਇੱਕ ਸਥਿਰਤਾ ਹੈ। ਕੀ ਹੋਵੇ ਜੇਕਰ ਤੁਸੀਂ ਹਰ ਸਮੇਂ ਉਸੇ ਤਰ੍ਹਾਂ ਰਹਿ ਸਕੋ? ਕੀ ਤੁਸੀਂ ਸੋਚਦੇ ਹੋ ਕਿ ਇਹ ਮੁਮਕਿਨ ਹੈ? ਤੁਸੀਂ ਉਸ ਤਰ੍ਹਾਂ ਸੋਚਣਾ ਪਸੰਦ ਕਰੋਗੇ। ਸਾਡੇ ਕੋਲ ਜ਼ਿੰਦਗੀ ਵਿਚਲੇ ਉਹਨਾਂ ਤਜਰਬਿਆਂ ਦੀ ਝਲਕ ਹੈ, ਪਰ ਅਸੀਂ ਸਾਰੇ ਸੁੱਖ ਲੱਭ ਰਹੇ ਹਾਂ। ਅਸੀਂ ਹਰ ਸਮੇਂ ਸੁੱਖ ਦਾ ਪਿੱਛਾ ਕਰ ਰਹੇ ਹਾਂ ਅਤੇ ਪਿਛਲੀਆਂ ਪੀੜ੍ਹੀਆਂ ਵਿੱਚ ਸਾਨੂੰ ਕਿਹਾ ਗਿਆ ਸੀ ਕਿ ਤੁਸੀਂ ਸੁੱਖ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਧਾਰਮਿਕ ਕੰਮ ਕਰਦੇ ਹੋ ਅਤੇ ਆਖੀਰ ਵਿੱਚ ਤੁਹਾਨੂੰ ਇਨਾਮ ਮਿਲੇਗਾ। ਅਤੇ ਨਵੀਂ ਪੀੜ੍ਹੀ ਕਹਿ ਰਹੀ ਹੈ ਕਿ ਮਾਤਾ ਜੀ, ਪਿਤਾ ਜੀ, ਮੈਂ ਕੁਝ ਤਸਵੀਰਾਂ ਇੰਸਟਾਗ੍ਰਾਮ ਤੇ ਪਾ ਕੇ ਇਨਾਮ ਲੈ ਸਕਦਾ ਹਾਂ। ਮੈਨੂੰ 50 ਲੋਕ ਮਿਲੇ ਹਨ ਜੋ ਕਹਿੰਦੇ ਹਨ ਕਿ ਉਹ ਮੈਨੂੰ ਪਸੰਦ ਕਰਦੇ ਹਨ। ਇਹ ਤਤਕਾਲੀ ਇਨਾਮ ਹੈ। ਠੀਕ? ਜਿਵੇਂ ਜਦੋਂ ਮੈਂ ਮੱਥਾ ਟੇਕਦਾ ਹਾਂ, ਕਿਵੇਂ ਇੱਕ ਧਾਰਮਿਕ ਗ੍ਰੰਥ ਮੈਨੂੰ ਉਹੀ ਚੀਜ਼ਾਂ ਦੇ ਸਕਦਾ ਹੈ ਜਿਵੇਂ ਜਦੋਂ ਮੈਂ ਕੁਝ ਤਸਵੀਰਾਂ ਪੋਸਟ ਕਰਦਾ ਹਾਂ ਅਤੇ ਇੱਕਦਮ ਫੈਲ ਜਾਂਦੀਆਂ ਹਨ। ਇਹ ਤੁਲਨਾ ਨਹੀਂ ਕਰਦਾ। ਤੁਸੀਂ ਉਸ ਪ੍ਰਸ਼ਨ ਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਉਹ ਦੇਖ ਰਹੇ ਹਨ ਕਿ ਕੁਝ ਧਾਰਮਿਕ ਕੰਮ ਮੇਰੇ ਲਈ ਕਈ ਤਰ੍ਹਾਂ ਨਾਲ ਚੰਗੇ ਹਨ। ਮੈਂ ਨਹੀਂ ਸਮਝ ਪਾਉਂਦਾ। ਜੋ ਮੇਰੇ ਮਾਪੇ ਮੈਨੂੰ ਦੱਸਦੇ ਹਨ ਮੈਨੂੰ ਇਹ ਕਰਨਾ ਚਾਹੀਦਾ ਹੈ, ਇਸ ਲਈ ਮੈਂ ਇਹ ਕਰਾਂਗਾ। ਅਸਲ ਦੁਨੀਆ ਦੇ ਸੁੱਖ ਕਿੱਥੇ ਹਨ? ਇਸ ਲਈ ਇਹੀ ਦੋਵੇਂ ਤਰੀਕੇ ਹਨ ਜੋ ਤੁਹਾਨੂੰ ਤਣਾਅ ਦਿੰਦੇ ਹਨ ਅਤੇ ਤਣਾਅ ਮੁਕਤ ਕਰਦੇ ਹਨ। ਰਿਵਾਇਤੀ ਧਰਮ ਤੁਹਾਡੇ ਅੰਦਰ ਕੁਝ ਤਣਾਅ ਪੈਦਾ ਕਰਦਾ ਹੈ। ਤੁਸੀਂ ਚੰਗੇ ਨਹੀਂ, ਤੁਸੀਂ ਸਮੇਂ ਤੇ ਨਹੀਂ ਜਾਗਦੇ, ਤੁਸੀਂ ਇਹ ਨਹੀਂ ਕੀਤਾ, ਤੁਸੀਂ ਉਹ ਨਹੀਂ ਕੀਤਾ, ਅਤੇ ਫਿਰ ਕਹਿੰਦਾ ਹੈ ਆਓ ਇਹ ਕਰੋ। ਤੁਸੀਂ ਸੋਚਦੇ ਹੋ ਠੀਕ ਹੈ, ਮੈਂ ਬਿਹਤਰ ਹਾਂ। ਅਸਲ ਸੰਸਾਰ ਵੀ ਇਸੇ ਤਰ੍ਹਾਂ ਦੀ ਚਿੰਤਾ ਪੈਦਾ ਕਰਦਾ ਹੈ। ਤੁਸੀਂ ਪੂਰੇ ਤੇਜ਼ ਨਹੀਂ, ਤੁਸੀਂ ਅਮੀਰ ਨਹੀਂ, ਤੁਸੀਂ ਵਧੀਆ ਕਾਰ ਲਈ ਨਹੀਂ, ਤੁਸੀਂ ਇਹ ਨਹੀਂ ਲਿਆ, ਤੁਸੀਂ ਉਹ ਨਹੀਂ ਲਿਆ। ਉਹਨਾਂ ਦਾ ਘਰ ਵੱਡਾ ਹੈ, ਉਹਨਾਂ ਨੇ ਪਸਾਰ ਕੀਤਾ ਹੈ, ਉਹਨਾਂ ਦੇ ਨਵੇਂ ਦਲੀਚੇ ਹਨ, ਨਵੇਂ ਵਾਲਪੇਪਰ ਹਨ ਅਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ। ਇਸ ਲਈ ਅਸਲ ਜੀਵਨ ਤੁਹਾਨੂੰ ਅਸਲ ਤਣਾਅ ਦਿੰਦਾ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ। ਅਸਲ ਜ਼ਿੰਦਗੀ ਇਹੀ ਹੈ ਜਿਸ ਨੂੰ ਅਸੀਂ ਅਸਲ ਜੀਵਨ ਕਹਿੰਦੇ ਹਾਂ ਕਿਉਂਕਿ ਇਹ ਭੌਤਿਕ ਹੈ। ਗੁਰਬਾਣੀ ਕਹਿੰਦੀ ਹੈ ਇਹ ਸੰਸਾਰ ਸੁਪਨਾ ਹੈ। ਗੁਰੂ ਇੱਕ ਵੱਖਰੇ ਪੱਧਰ ਤੇ ਗੱਲ ਕਰ ਰਹੇ ਹਨ। ਸਾਨੂੰ ਸਮਝਣਾ ਪਏਗਾ ਕਿ ਉਹ ਕੀ ਕਹਿ ਰਹੇ ਹਨ ਅਤੇ ਇਸ ਲਈ ਅਸੀਂ ਆਪਣੀ ਜ਼ਿੰਦਗੀ ਵਿੱਚ ਲਗਾਤਾਰ ਤਣਾਅ ਮਹਿਸੂਸ ਕਰਦੇ ਹਾਂ ਅਤੇ ਫਿਰ ਵੇਖਦੇ ਹਾਂ ਕਿ ਸ਼ੁੱਕਰਵਾਰ ਦੀ ਰਾਤ ਅਸੀਂ ਜਾਂਦੇ ਹਾਂ ਅਤੇ ਤਣਾਅ ਤੋਂ ਮੁਕਤੀ ਪਾਉਣ ਲਈ ਰਸਤਾ ਲੱਭਦੇ ਹਾਂ ਅਤੇ ਬਾਹਰ ਜਾ ਕੇ ਸ਼ਰਾਬ ਪੀਂਦੇ ਹਾਂ, ਦੋਸਤਾਂ ਨਾਲ ਬਾਹਰ ਜਾ ਕੇ ਮਜ਼ੇ ਕਰਦੇ ਹਾਂ। ਕੋਈ ਨਹੀਂ ਕਹਿ ਰਿਹਾ ਕਿ ਇਹ ਕੰਮ ਨਾ ਕਰੋ। ਮੈਂ ਨਹੀਂ ਕਹਿ ਰਿਹਾ ਕਿ ਆਪਣੇ ਜੀਵਨ ਨੂੰ ਰੋਕ ਦਿਓ। ਮੈਂ ਤੁਹਾਨੂੰ ਬਸ ਦਿਖਾ ਰਿਹਾ ਹਾਂ ਕਿ ਇਹੀ ਜ਼ਿੰਦਗੀ ਹੈ ਅਤੇ ਮੈਂ ਇੱਕ ਸਵਾਲ ਖੜਾ ਕਰਦਾ ਹਾਂ ਕਿ ਕੀ ਕੋਈ ਹੋਰ ਹੱਲ ਹੈ? ਕੀ ਜਿਉਣ ਦਾ ਕੋਈ ਹੋਰ ਤਰੀਕਾ ਹੈ? ਇਸ ਲਈ ਅਸੀਂ ਇਸ ਦੁੱਖ ਸੁੱਖ ਦੇ ਚੱਕਰ ਵਿੱਚ ਫਸ ਗਏ ਹਾਂ। ਦੁੱਖ ਅਤੇ ਸੁੱਖ ਇੱਕ ਚੱਕਰ ਹੈ ਜਿਸ ਵਿੱਚ ਅਸੀਂ ਲਗਾਤਾਰ ਫਸੇ ਰਹਿੰਦੇ ਹਾਂ।
ਅਤੇ ਗੁਰੂ ਜੀ ਆ ਕੇ ਕਹਿੰਦੇ ਹਨ, ਤੁਸੀਂ ਇਸ ਖੇਡ ਨੂੰ ਗਲਤ ਤਰੀਕੇ ਨਾਲ ਖੇਡ ਰਹੇ ਹੋ ਅਤੇ ਤੁਹਾਨੂੰ ਇਸ ਖੇਡ ਨੂੰ ਖੇਡਣ ਦਾ ਨਵਾਂ ਤਰੀਕਾ ਚਾਹੀਦਾ ਹੈ। ਪਰ ਇਸ ਖੇਡ ਨੂੰ ਜਿੱਤਣ ਲਈ ਤੁਹਾਨੂੰ ਕੁਝ ਤਿਆਗਣਾ ਪਵੇਗਾ। ਇਹ ਇਸ ਤਰ੍ਹਾਂ ਹੈ ਕਿ ਗੁਰੂ ਕਹਿੰਦੇ ਹਨ ਕਿ ਤੁਹਾਨੂੰ ਬੰਦਿਸ਼ ਤੋਂ ਮੁਕਤੀ ਪਾਉਣ ਲਈ ਮੈਨੂੰ ਕੁਝ ਦੇਣਾ ਪਏਗਾ। ਜੇਕਰ ਤੁਸੀਂ ਸੱਚਮੁੱਚ ਆਪਣੀ ਜ਼ਿੰਦਗੀ ਵਿੱਚ ਅਜਿਹੇ ਮੁਕਾਮ ਤੇ ਸੀ ਤੇ ਤੁਸੀਂ ਕਿਹਾ ਕਿ ਮੈਂ ਇਸ ਬੰਦੀਖਾਨੇ ਤੋਂ ਬਾਹਰ ਜਾਣਾ ਚਾਹੁੰਦਾ ਹਾਂ, ਤੁਸੀਂ ਕਹੋਗੇ ਮੈਂ ਤੁਹਾਨੂੰ ਕੁਝ ਵੀ ਦੇ ਦੇਵਾਂਗਾ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜੇਕਰ ਤੁਸੀਂ ਇਹ ਖੇਡ ਖੇਡਣਾ ਚਾਹੁੰਦੇ ਹੋ, ਪ੍ਰੇਮ ਨਾਲ ਮੈਨੂੰ ਆਪਣਾ ਸਿਰ ਦੇ ਦਿਓ। ਅਦਾ ਕਰਨ ਲਈ ਇਹ ਵੱਡੀ ਕੀਮਤ ਹੈ, ਪਰ ਤੁਸੀਂ ਬਾਹਰ ਆ ਜਾਓਗੇ। ਉਹ ਕਹਿੰਦੇ ਹਨ, ਜ਼ਿੰਦਗੀ ਲਈ ਬਹੁਤ ਜ਼ਿਆਦਾ ਪਰੇਸ਼ਾਨ ਨਾ ਹੋਵੋ, ਤੁਸੀਂ ਕਦੇ ਜ਼ਿੰਦਾ ਬਾਹਰ ਨਹੀਂ ਨਿਕਲੋਗੇ। ਅਸੀਂ ਇਹੀ ਕਰਦੇ ਹਾਂ, ਅਸੀਂ ਜ਼ਿੰਦਗੀ ਬਾਰੇ ਬਹੁਤ ਚਿੰਤਾ ਕਰਦੇ ਹਾਂ, ਪਰ ਕਦੇ ਅਹਿਸਾਸ ਨਹੀਂ ਕਰਦੇ ਕਿ ਅਸੀਂ ਇਸ ਨੂੰ ਜਿੱਤ ਨਹੀਂ ਪਾਵਾਂਗੇ। ਜੇਕਰ ਤੁਸੀਂ ਇਹ ਖੇਡ ਖੇਡਣਾ ਚਾਹੁੰਦੇ ਹੋ, ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਤੁਹਾਨੂੰ ਮੈਨੂੰ ਕੁਝ ਦੇਣਾ ਪਏਗਾ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਸੰਕੋਚ ਵੀ ਨਾ ਕਰੋ। ਜੇਕਰ ਤੁਸੀਂ ਬਾਹਰ ਆਉਣਾ ਚਾਹੁੰਦੇ ਹੋ ਇਸ ਮਾਰਗ ਤੇ, ਜੇਕਰ ਤੁਸੀਂ ਇਸ ਦਰਵਾਜ਼ੇ ਵਿੱਚੋਂ ਬਾਹਰ ਆਉਣਾ ਚਾਹੁੰਦੇ ਹੋ, ਤੁਹਾਨੂੰ ਆਪਣਾ ਸਿਰ ਮੈਨੂੰ ਦੇਣਾ ਪਏਗਾ। ਇਸ ਲਈ ਇਹ ਮੈਂ ਨੂੰ ਛੱਡਣ ਦਾ ਮਾਰਗ ਹੈ। ਇਹ ਮੈਂ, ਇਸ ਮੈਂ ਨੂੰ ਖੇਡ ਵਿੱਚੋਂ ਬਾਹਰ ਕੱਢਣਾ ਹੋਵੇਗਾ। ਮੈਂ ਨੂੰ ਆਪਣੀ ਜ਼ਿੰਦਗੀ ਦੇ ਮੁੱਖ ਕਿਰਦਾਰ ਵਜੋਂ ਪਾਸੇ ਕਰਨਾ ਹੈ। ਇਹ ਕਿਹੋ ਜਿਹਾ ਲੱਗਦਾ ਹੈ? ਇਹ ਨਿਰਮੋਹ ਦੀ ਸਥਿਤੀ ਹੈ। ਇਸ ਵੇਲੇ ਅਸੀਂ ਆਪਣੀ ਜ਼ਿੰਦਗੀ ਨਾਲ ਬੱਝੇ ਹੋਏ ਹਾਂ, ਅਸੀਂ ਖੁਸ਼ੀਆਂ ਨਾਲ ਬੱਝੇ ਹੋਏ ਹਾਂ, ਅਸੀਂ ਦੁੱਖਾਂ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹੀ ਹੈ ਜੋ ਅਸੀਂ ਸਭ ਕਰਦੇ ਹਾਂ, ਪਰ ਗੁਰਬਾਣੀ ਕਹਿੰਦੀ ਹੈ ਕਿ ਤੁਹਾਨੂੰ ਸੰਤੁਲਿਤ ਰਹਿਣ ਦੀ ਲੋੜ ਹੈ। ਕੋਈ ਮੋਹ ਨਹੀਂ, ਕੋਈ ਦਰਦ ਜਾਂ ਸੁੱਖ ਨਹੀਂ। ਹੁਣ ਇਹ ਉਹ ਵੱਡੀ ਚੀਜ਼ ਹੈ ਜੋ ਗੁਰੂ ਜੀ ਤੁਹਾਨੂੰ ਦੇ ਰਹੇ ਹਨ, ਪਰ ਬਦਲੇ ਵਿੱਚ ਉਹ ਕਹਿ ਰਹੇ ਹਨ, ਕੋਈ ਦਰਦ ਨਹੀਂ, ਕੋਈ ਸੁੱਖ ਨਹੀਂ। ਹੁਣ ਤੁਹਾਨੂੰ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛਣਾ ਪਏਗਾ, ਕੀ ਮੈਂ ਉਹ ਚਾਹੁੰਦਾ ਹਾਂ ਕਿਉਂਕਿ ਮੈਂ ਜ਼ਿੰਦਗੀ ਦੇ ਸੁੱਖਾਂ ਵਾਂਗ, ਕੀ ਮੈਂ ਉਹਨਾਂ ਨੂੰ ਨਾਲ ਨਹੀਂ ਰੱਖ ਸਕਦਾ? ਕੀ ਤੁਸੀਂ ਜ਼ਿੰਦਗੀ ਦੀਆਂ ਸਾਰੀਆਂ ਔਕੜਾਂ ਨੂੰ ਦੂਰ ਨਹੀਂ ਕਰ ਸਕਦੇ? ਪਰ ਇਹ ਧਿਆਨ ਰਹੇ ਕਿ ਗੁਰੂ ਜੀ ਨਹੀਂ ਕਹਿ ਰਹੇ ਕਿ ਜ਼ਿੰਦਗੀ ਵਿੱਚ ਸੁੱਖ ਨਾ ਲਵੋ। ਗੁਰੂ ਜੀ ਇਹ ਨਹੀਂ ਕਹਿੰਦੇ ਘਰ ਨਾ ਲਵੋ, ਕਾਰ ਨਾ ਰੱਖੋ, ਚੰਗੇ ਕੱਪੜੇ ਨਾ ਪਹਿਨੋ। ਉਹ ਕਹਿੰਦੇ ਹਨ ਕਿ ਇਹਨਾਂ ਚੀਜ਼ਾਂ ਨਾਲ ਮੋਹ ਨਾ ਪਾਓ। ਇਹ ਕਿ ਇਸ ਚੀਜ਼ ਦਾ ਦੁਨੀਆ ਦੇ ਸੁੱਖਾਂ ਵਾਂਗ ਮਜ਼ਾ ਨਾ ਲਓ। ਮੈਂ ਤੁਹਾਨੂੰ ਕੁਝ ਅਜਿਹਾ ਦੇਣ ਜਾ ਰਿਹਾ ਹਾਂ ਜੋ ਤੁਹਾਨੂੰ ਵਧੇਰੇ ਸੁੱਖ ਦੇਵੇਗਾ। ਜਿੱਤ ਜਾਂ ਹਾਰ ਨਹੀਂ, ਆਰਾਮ ਜਾਂ ਪੀੜਾ ਨਹੀਂ, ਲਗਾਤਾਰ ਸੰਤੁਲਿਤ। ਪਰ ਉਸ ਸੰਤੁਲਿਤ ਅਵਸਥਾ ਵਿੱਚ ਇਹੀ ਕਾਰਨ ਹੈ ਕਿ ਮੈਂ ਤੁਹਾਨੂੰ ਉਹ ਉਦਾਹਰਨ ਦਿੱਤੀ ਸੀ। ਉਹ ਅਹਿਸਾਸ ਕਿ ਤੁਸੀਂ ਇਸ ਪ੍ਰੀਖਿਆ ਵਿੱਚ ਭਾਗ ਲੈਣ ਜਾ ਰਹੇ ਹੋ, ਇਹ ਜ਼ਿੰਦਗੀ ਦਾ ਅਹਿਸਾਸ ਹੈ। ਤੁਸੀਂ ਇਸ ਨੂੰ ਹਰ ਪਲ ਮਹਿਸੂਸ ਕਰ ਸਕਦੇ ਹੋ। ਪਰ ਇਹ ਇਸ ਤਰ੍ਹਾਂ ਹੈ ਕਿ ਤੁਹਾਨੂੰ ਕੁਝ ਵੀ ਪਰੇਸ਼ਾਨ ਕਰਨ ਵਾਲਾ ਨਹੀਂ। ਜੇਕਰ ਤੁਸੀਂ ਜ਼ਿੰਦਗੀ ਵਿੱਚ ਖੁਸ਼ੀ ਪ੍ਰਾਪਤ ਕਰਦੇ ਹੋ, ਠੀਕ ਹੈ। ਜੇਕਰ ਤੁਹਾਨੂੰ ਕੋਈ ਦੁੱਖ ਮਿਲਦਾ ਹੈ, ਠੀਕ ਹੈ, ਤੁਸੀਂ ਠੀਕ ਹੋ। ਇਸ ਲਈ ਤੁਹਾਨੂੰ ਆਪਣੇ ਆਪ ਤੋਂ ਇਹ ਪ੍ਰਸ਼ਨ ਪੁੱਛਣਾ ਪਏਗਾ, ਕੀ ਮੈਂ ਇੱਛੁਕ ਹਾਂ ਜਾਂ ਇਹ ਕੁਝ ਉਕਾਊ ਲੱਗਦਾ ਹੈ? ਕਿਉਂਕਿ ਸੰਸਾਰ ਬਹੁਤ ਰੋਮਾਂਚਕ ਲੱਗਦਾ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ, ਦਰਅਸਲ ਮੈਂ ਕੁਝ ਦਰਦ ਲਵਾਂਗਾ ਕਿਉਂਕਿ ਸੁੱਖ ਬਹੁਤ ਚੰਗੇ ਹਨ। ਇਸ ਜ਼ਿੰਦਗੀ ਵਿੱਚ ਕੁਝ ਸੁੱਖ ਚੰਗੇ ਹਨ, ਮੈਂ ਕੁਝ ਦਰਦ ਲਵਾਂਗਾ। ਗੁਰੂ ਜੀ, ਜੋ ਤੁਸੀਂ ਮੈਨੂੰ ਦੇ ਰਹੇ ਹੋ ਮੈਂ ਉਹ ਨਹੀਂ ਚਾਹੁੰਦਾ। ਜੋ ਤੁਸੀਂ ਦੇ ਰਹੇ ਹੋ ਉਹ ਅਜੀਬ ਲੱਗਦਾ ਹੈ, ਉਹ ਕੁਝ ਵਿਲੱਖਣ ਲੱਗਦਾ ਹੈ। ਗੁਰੂ ਜੀ, ਇਹ ਸਹੀ ਨਹੀਂ ਲੱਗ ਰਿਹਾ। ਇਹ ਉਹ ਨਹੀਂ ਜੋ ਆਮ ਲੋਕ ਕਰਦੇ ਹਨ। ਸ਼ਾਇਦ ਮੈਨੂੰ ਬਹੁਤ ਕੁਝ ਛੱਡਣਾ ਪਏਗਾ। ਕੀ ਮਤਲਬ ਕਿ ਮੈਨੂੰ ਆਪਣਾ ਸਿਰ ਦੇਣਾ ਪਏਗਾ? ਕੀ ਮਤਲਬ ਕਿ ਮੈਨੂੰ ਆਪਣੀ ਮੈਂ ਨੂੰ ਇਸ ਖੇਡ ਦੇ ਮੁੱਖ ਕਿਰਦਾਰ ਚੋਂ ਛੱਡਣਾ ਪਏਗਾ? ਕੀ ਮਤਲਬ? ਇਹ ਬਹੁਤ ਜ਼ਿਆਦਾ ਲੱਗਦਾ ਹੈ, ਸ਼ਾਇਦ ਮੈਂ ਫਸ ਜਾਵਾਂਗਾ। ਗੁਰੂ ਜੀ ਕਹਿ ਰਹੇ ਹਨ, ਜੇਕਰ ਤੁਸੀਂ ਖੇਡਦੇ ਰਹਿੰਦੇ ਹੋ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਜੇਕਰ ਤੁਸੀਂ ਇਸ ਜ਼ਿੰਦਗੀ ਦੀ ਖੇਡ ਵਿੱਚ ਕਿਸੇ ਵੀ ਹੋਰ ਚੀਜ਼ ਦੀ ਮੰਗ ਕਰਦੇ ਹੋ, ਗੁਰੂ ਜੀ ਕਹਿੰਦੇ ਹਨ, ਮੈਨੂੰ ਯਕੀਨ ਹੈ ਇਸ ਦਾ ਅੰਤ ਦੁੱਖ ਵਿੱਚ ਹੋਵੇਗਾ। ਸਿਰ ਦੁੱਖਾਂ ਕੈ ਦੁੱਖ। ਸਿਰਫ ਇੱਕ ਦੁੱਖ ਨਹੀਂ, ਤੁਹਾਡੇ ਸਿਰ ਤੇ ਦੁੱਖਾਂ ਉੱਪਰ ਦੁੱਖ ਹਨ, ਗੁਰੂ ਜੀ ਕਹਿੰਦੇ ਹਨ। ਇਸ ਲਈ ਕੀ ਤੁਸੀਂ ਖੇਡਣਾ ਚਾਹੋਗੇ? ਤੁਸੀਂ ਯਕੀਨਨ ਇਸ ਖੇਡ ਨੂੰ ਹਾਰ ਜਾਓਗੇ। ਜਿਵੇਂ ਕਦੇ ਤੁਸੀਂ ਇੱਕ ਕੈਸੀਨੋ ਵਿੱਚ ਜਾਂਦੇ ਹੋ, ਮੈਨੂੰ ਨਹੀਂ ਪਤਾ ਇਹ ਠੀਕ ਹੈ ਜਾਂ ਨਹੀਂ। ਜੇਕਰ ਤੁਸੀਂ ਕੈਸੀਨੋ 'ਚ ਜਾਂਦੇ ਹੋ, ਤੁਸੀਂ ਜੂਆ ਖੇਡਣ ਜਾ ਰਹੇ ਹੋ ਅਤੇ ਉਹ ਆਦਮੀ ਜੋ ਤਾਸ਼ ਦਾ ਸੌਦਾ ਕਰ ਰਿਹਾ ਹੈ, ਉਹ ਕਹਿੰਦਾ ਹੈ ਤੁਸੀਂ ਇਹ ਨਹੀਂ ਖੇਡਣਾ ਚਾਹੁੰਦੇ, ਤੁਸੀਂ ਇਸ ਮੇਜ਼ ਤੇ ਯਕੀਨਨ ਹਾਰ ਜਾਓਗੇ। ਕੀ ਤੁਸੀਂ ਖੇਡਣਾ ਚਾਹੋਗੇ?
ਤੁਸੀਂ ਕਿਹੜਾ ਮੌਕਾ ਲੈਣ ਜਾ ਰਹੇ ਹੋ? ਤੁਸੀਂ ਕਹਿੰਦੇ ਹੋ ਨਹੀਂ ਮੈਂ ਜਿੱਤ ਰਿਹਾ ਹਾਂ, ਮੈਨੂੰ ਲੱਗਦਾ ਹੈ ਮੈਨੂੰ ਅੱਗੇ ਵਧਣਾ ਚਾਹੀਦਾ ਹੈ, ਮੈਂ ਚਾਹੁੰਦਾ ਹਾਂ, ਮੈਂ ਹਿੱਸਾ ਲੈਣਾ ਚਾਹੁੰਦਾ ਹਾਂ। ਸੌਦੇ ਵਾਲਾ ਕਹਿੰਦਾ ਹੈ ਤੁਸੀਂ ਯਕੀਨਨ ਹਾਰ ਜਾਓਗੇ। ਸੋਚ ਲਓ, ਹੈ ਨਾ? ਇਸ ਬਾਰੇ ਸੋਚੋ। ਗੁਰਬਾਣੀ ਇਹੀ ਕਹਿ ਰਹੀ ਹੈ ਕਿ ਜਿਸ ਰਸਤੇ ਤੇ ਤੁਸੀਂ ਜਾ ਰਹੇ ਹੋ ਤੁਸੀਂ ਯਕੀਨਨ ਹਾਰ ਜਾਓਗੇ। ਇਸ ਲਈ ਕੀ ਗੁਰੂ ਜੀ ਦਾ ਹੱਲ ਕੁਝ ਉਕਾਊ ਲੱਗਦਾ ਹੈ? ਫਿਰ ਤੁਹਾਡੀ ਜ਼ਿੰਦਗੀ ਵਿੱਚ ਇੱਕ ਪਲ ਆਉਂਦਾ ਹੈ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਦੁਨਿਆਵੀ ਕਰਮਾਂ ਨੂੰ ਅਜ਼ਮਾਇਆ ਹੈ ਅਤੇ ਤੁਸੀਂ ਸਾਰੇ ਧਾਰਮਿਕ ਕਰਮਾਂ ਨੂੰ ਅਜ਼ਮਾਇਆ ਹੈ, ਜਿਵੇਂ ਕਿ ਮੈਂ ਇਹ ਕਰਨਾ ਹੈ, ਮੈਂ ਇਹ ਨਹੀਂ ਕਰਨਾ ਹੈ ਨਾ? ਕਿਉਂਕਿ ਗੁਰੂ ਜੀ ਕਹਿ ਰਹੇ ਹਨ ਕਿ ਇਹਨਾਂ ਧਾਰਮਿਕ ਲੋਕਾਂ ਨੇ ਵੀ ਇਸ ਨੂੰ ਗਲਤ ਸਮਝਿਆ ਹੈ। ਗੁਰਮਤਿ ਇੱਕ ਅਲੱਗ ਚੀਜ਼ ਹੈ, ਇਹ ਸਿਰਫ ਧਰਮ ਨਹੀਂ ਹੈ, ਇਹ ਇੱਕ ਵੱਖਰੇ ਪੱਧਰ ਤੇ ਹੈ। ਇਹ ਸਿਰਫ ਬਹੁਤ ਸਾਰੇ ਧਾਰਮਿਕ ਕੰਮ ਕਰਨਾ ਨਹੀਂ ਹੈ। ਗੁਰਬਾਣੀ ਸਿਰਫ ਬਹੁਤ ਸਾਰੇ ਧਾਰਮਿਕ ਕਰਮਕਾਂਡ ਕਰਨ ਦੇ ਖਿਲਾਫ ਹੈ, ਇਹ ਸੋਚਦੇ ਹੋਏ ਕਿ ਜੇਕਰ ਮੈਂ ਉਹ ਸਭ ਕਰਾਂਗਾ ਤਾਂ ਮੈਨੂੰ ਅਖੀਰ ਵਿੱਚ ਇਹ ਫਲ ਮਿਲੇਗਾ। ਗੁਰੂ ਜੀ ਕਹਿੰਦੇ ਹਨ ਨਹੀਂ, ਤੁਸੀਂ ਸਹੀ ਕਰਮ ਕਰਕੇ ਹੁਣੇ ਫਲ ਪ੍ਰਾਪਤ ਕਰੋ। ਅਤੇ ਇਹ ਸਹੀ ਕਰਮ ਬਾਹਰੀ ਕਰਮ ਨਹੀਂ ਹਨ, ਇਹ ਸੋਚਣ ਦਾ ਸਹੀ ਢੰਗ ਹੈ। ਗੁਰਮਤਿ, ਗੁਰੂ ਜੀ ਤੁਹਾਨੂੰ ਇੱਕ ਮਤ ਦੇ ਰਹੇ ਹਨ, ਤੁਹਾਨੂੰ ਇੱਕ ਨਵੀਂ ਪ੍ਰੋਗਰਾਮਿੰਗ ਦੇ ਰਹੇ ਹਨ। ਮੈਂ ਗੱਲ ਕਰਦਾ ਹਾਂ ਕਿ ਮਨ ਬਿਲਕੁਲ ਇੱਕ ਸੌਫਟਵੇਅਰ ਵਰਗਾ ਹੈ। ਇਹ ਖਰਾਬ ਹੋ ਗਿਆ ਹੈ, ਇਸ ਵਿੱਚ ਇੱਕ ਵਾਇਰਸ ਆ ਗਿਆ ਹੈ ਅਤੇ ਇਹ ਵਾਇਰਸ ਮੈਂ ਹੈ। ਮੈਂ ਸਭ ਤੋਂ ਮਹੱਤਵਪੂਰਨ ਵਿਅਕਤੀ ਹਾਂ। ਗੁਰਬਾਣੀ ਤੁਹਾਨੂੰ ਅਪਗ੍ਰੇਡ ਦੇ ਰਹੀ ਹੈ, ਇੱਕ ਸੌਫਟਵੇਅਰ ਅਪਗ੍ਰੇਡ। ਪਰ ਇਹ ਸੌਫਟਵੇਅਰ ਅਪਗ੍ਰੇਡ ਇੱਕ ਰਾਤ ਵਿੱਚ ਨਹੀਂ ਹੋਵੇਗਾ। ਇਸ ਸੌਫਟਵੇਅਰ ਅਪਗ੍ਰੇਡ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ, ਪਰ ਇਹ ਇੱਕ ਅਪਗ੍ਰੇਡ ਹੈ। ਇਹ ਇੱਕ ਅਸਲ ਅਪਗ੍ਰੇਡ ਹੈ। ਤੁਸੀਂ ਜਾਣਦੇ ਹੋ, ਮੈਨੂੰ ਨਹੀਂ ਪਤਾ ਕਿ ਤੁਹਾਨੂੰ ਮਿਲਦੀਆਂ ਹਨ ਜਾਂ ਨਹੀਂ, ਜਿਵੇਂ ਮੈਨੂੰ ਆਪਣੇ ਫੋਨ ਤੇ ਇਹ ਸੂਚਨਾਵਾਂ ਮਿਲਦੀਆਂ ਹਨ ਕਿ ਇੱਕ ਅਪਗ੍ਰੇਡ ਹੋਣ ਵਾਲੀ ਹੈ, ਅਤੇ ਜਦੋਂ ਸਵੇਰੇ ਦੇਖਦਾ ਹਾਂ ਤਾਂ ਕੁਝ ਵੱਖਰਾ ਨਹੀਂ ਹੁੰਦਾ। ਮੈਂ ਸਮਝ ਨਹੀਂ ਪਾ ਰਿਹਾ ਕਿ ਅਪਗ੍ਰੇਡ ਕੀ ਹੈ। ਪੁਰਾਣੇ ਸਮਿਆਂ ਵਿੱਚ ਅਪਗ੍ਰੇਡ ਦਾ ਮਤਲਬ ਅਪਗ੍ਰੇਡ ਹੁੰਦਾ ਸੀ, ਕੁਝ ਵੱਖਰੀ ਦਿੱਖ, ਕੁਝ ਅਲੱਗ ਮਹਿਸੂਸ ਹੁੰਦਾ ਸੀ, ਇੱਕ ਨਵਾਂ ਬਟਨ ਹੁੰਦਾ ਸੀ, ਇੱਕ ਨਵੀਂ ਵਿਸ਼ੇਸ਼ਤਾ। ਤੁਸੀਂ ਕਹਿੰਦੇ ਠੀਕ ਹੈ, ਮੈਂ ਅਪਗ੍ਰੇਡ ਕਰ ਲਿਆ ਹੈ। ਅੱਜ ਕੱਲ੍ਹ ਇਹਨਾਂ ਅਪਗ੍ਰੇਡਾਂ ਦਾ ਕੁਝ ਵੀ ਮਤਲਬ ਨਹੀਂ। ਮੈਂ ਇਸ ਤਰ੍ਹਾਂ ਬਿਨਾਂ ਕਿਸੇ ਕਾਰਨ ਵਿਅਰਥ ਬਿਜਲੀ ਗਵਾਈ। ਮੇਰਾ ਫੋਨ ਸਾਰੀ ਰਾਤ ਚੱਲਦਾ ਰਿਹਾ ਕੁਝ ਨਵੀਆਂ ਵਿਸ਼ੇਸ਼ਤਾਵਾਂ ਦੀ ਆਸ ਵਿੱਚ। ਗੁਰਬਾਣੀ ਤੁਹਾਨੂੰ ਅਸਲ ਅਪਗ੍ਰੇਡ ਦੇ ਰਹੀ ਹੈ, ਪਰ ਇਹ ਸਿਰਫ ਉਦੋਂ ਹੀ ਆਉਂਦੀ ਹੈ ਜਦੋਂ ਤੁਸੀਂ ਫੈਸਲਾ ਕਰਦੇ ਹੋ, ਗੁਰੂ ਜੀ ਮੈਂ ਆਪਣੀ ਜ਼ਿੰਦਗੀ ਨੂੰ ਆਜ਼ਮਾਇਆ ਹੈ, ਇਸ ਨੇ ਕੰਮ ਨਹੀਂ ਕੀਤਾ। ਇਹ ਉਵੇਂ ਨਹੀਂ ਹੈ ਜਿਵੇਂ ਇਸ ਨੂੰ ਬਣਾਇਆ ਗਿਆ ਸੀ। ਇਹ ਸਭ ਤੋਂ ਮਜ਼ੇਦਾਰ ਨਹੀਂ ਹੈ। ਮੈਂ ਬਹੁਤ ਵਾਰ ਇਹ ਖੇਡ ਖੇਡੀ ਹੈ ਅਤੇ ਬਹੁਤ ਵਾਰ ਹਾਰਿਆ ਹਾਂ। ਫਿਰ ਤੁਸੀਂ ਵਿਚਾਰ ਕਰ ਸਕਦੇ ਹੋ ਕਿ ਗੁਰੂ ਜੀ ਕੀ ਕਹਿਣਾ ਚਾਹੁੰਦੇ ਹਨ। ਜਦੋਂ ਤੁਸੀਂ ਦੁਨੀਆ ਦੇ ਸੁੱਖਾਂ ਦਾ ਸਵਾਦ ਲੈ ਲੈਂਦੇ ਹੋ ਅਤੇ ਤੁਸੀਂ ਵੇਖਦੇ ਹੋ ਕਿ ਦੁਨੀਆ ਦੀ ਇਹ ਮਿਠਾਸ ਫਿੱਕੀ ਪੈ ਜਾਂਦੀ ਹੈ, ਇਹ ਖਤਮ ਹੋਣ ਲੱਗਦੀ ਹੈ। ਇਹ ਦੁਨੀਆ ਦੀ ਮਿਠਾਸ, ਸੁੱਖਾਂ ਦਾ ਸਵਾਦ ਜੋ ਅਸੀਂ ਬਾਹਰ ਤੋਂ ਲੈਂਦੇ ਹਾਂ, ਉਹ ਖਤਮ ਹੋਣ ਲੱਗਦਾ ਹੈ। ਮੈਂ ਹਮੇਸ਼ਾ ਕਹਿੰਦਾ ਹਾਂ, ਜਿਵੇਂ ਕਦੀ ਤੁਸੀਂ ਰੈਸਟੋਰੈਂਟ ਵਿੱਚ ਜਾਂਦੇ ਹੋ ਅਤੇ ਵਧੀਆ ਭੋਜਨ ਦਾ ਆਨੰਦ ਲੈਂਦੇ ਹੋ ਅਤੇ ਕਹਿੰਦੇ ਹੋ ਬਸ ਇਹੀ ਹੈ, ਮੈਨੂੰ ਇਸ ਨੂੰ ਦੁਬਾਰਾ ਖਾਣ ਦੀ ਲੋੜ ਨਹੀਂ, ਇਹ ਇੰਨਾ ਹੀ ਅੱਛਾ ਸੀ, ਮੈਂ ਕਦੀ ਵੀ ਇਸ ਨੂੰ ਦੁਬਾਰਾ ਨਹੀਂ ਖਾਵਾਂਗਾ। ਮੈਂ ਨਹੀਂ ਖਾਵਾਂਗਾ। ਕੀ ਤੁਸੀਂ ਖਾਓਗੇ? ਮੈਂ ਅਗਲੇ ਹਫ਼ਤੇ ਇਸ ਨੂੰ ਦੁਬਾਰਾ ਖਾਵਾਂਗਾ। ਠੀਕ, ਭਾਵੇਂ ਇਹ ਕਿੰਨਾ ਵੀ ਚੰਗਾ ਹੈ, ਤੁਸੀਂ ਕਦੀ ਨਹੀਂ ਕਹੋਗੇ ਕਿ ਇਹ ਇੰਨਾ ਚੰਗਾ ਹੈ ਕਿ ਮੈਨੂੰ ਇਸ ਨੂੰ ਦੁਬਾਰਾ ਚੱਖਣ ਦੀ ਲੋੜ ਨਹੀਂ। ਜ਼ਿੰਦਗੀ ਦੇ ਸਾਰੇ ਸੁੱਖ ਬਿਲਕੁਲ ਇਸ ਤਰ੍ਹਾਂ ਹਨ, ਉਹ ਸਿਰਫ ਅਸਥਾਈ ਸੁੱਖ ਹਨ। ਪਰ ਗੁਰੂ ਜੀ ਕਹਿੰਦੇ ਹਨ ਕਿ ਮੇਰੇ ਕੋਲ ਤੁਹਾਡੇ ਲਈ ਇੱਕ ਸਵਾਦ ਹੈ, ਮੇਰੇ ਕੋਲ ਇੱਕ ਰਸ ਹੈ, ਇਹ ਬਹੁਤ ਮਿੱਠਾ ਹੈ, ਇਹ ਕਦੀ ਵੀ ਖਤਮ ਨਹੀਂ ਹੁੰਦਾ, ਅਤੇ ਉਸ ਰਸ ਨੂੰ ਨਾਮ ਕਹਿੰਦੇ ਹਨ। ਮੇਰੇ ਕੋਲ ਇੱਕ ਸੁਗੰਧੀ ਹੈ ਜੋ ਮੈਂ ਤੁਹਾਨੂੰ ਦੇ ਸਕਦਾ ਹਾਂ, ਅਤੇ ਤੁਸੀਂ ਕਦੀ ਵੀ ਉਸ ਨੂੰ ਸੁੱਕਦਾ ਨਹੀਂ ਵੇਖੋਗੇ। ਇਹ ਉਹ ਹੈ ਜੋ ਗੁਰੂ ਜੀ ਤੁਹਾਨੂੰ ਪੇਸ਼ ਕਰ ਰਹੇ ਹਨ। ਕੀ ਅਸੀਂ ਉਹ ਚਾਹੁੰਦੇ ਹਾਂ? ਹੁਣ ਇਹ ਰਸ ਸ਼ਬਦ ਲਓ ਅਤੇ ਇਸ ਨੂੰ ਪ੍ਰੀਖਿਆ ਦੇ ਦ੍ਰਿਸ਼ ਤੇ ਲਾਗੂ ਕਰੋ। ਇਹ ਇੱਕ ਤਰ੍ਹਾਂ ਦੀ ਖੁਸ਼ੀ ਵਰਗਾ ਹੈ, ਇਹ ਇੱਕ ਤਰ੍ਹਾਂ ਦੇ ਸੁੱਖ ਵਰਗਾ ਹੈ ਜੋ ਕਹਿੰਦਾ ਹੈ ਮੇਰਾ ਮਤਲਬ ਤੁਹਾਡਾ ਨੁਕਸਾਨ ਨਹੀਂ, ਪਰ ਮੈਂ ਹੁਣ ਇਸ ਪਲ ਦਾ ਆਨੰਦ ਲੈ ਰਿਹਾ ਹਾਂ ਕਿਉਂਕਿ ਮੈਂ ਤਿਆਰ ਹਾਂ। ਹਰ ਪਲ, ਹਰ ਚੀਜ਼ ਲਈ ਉਸ ਦੀ ਕਲਪਨਾ ਕਰੋ। ਇਹੀ ਰਸ ਹੈ। ਮੈਂ ਭਗਤ ਕਬੀਰ ਜੀ ਦੀ ਸਾਖੀ ਨਾਲ ਖਤਮ ਕਰਾਂਗਾ। ਕਬੀਰ ਜੀ ਭਗਤੀ ਕਰ ਰਹੇ ਹਨ। ਭਗਤ ਕਬੀਰ ਜੀ ਉਹਨਾਂ ਲਈ ਜੋ ਉਹਨਾਂ ਭਗਤਾਂ ਨੂੰ ਨਹੀਂ ਜਾਣਦੇ ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ, ਉਹਨਾਂ ਦੀ ਬਾਣੀ ਸਾਰੇ ਭਗਤਾਂ ਨਾਲੋਂ ਜ਼ਿਆਦਾ ਪ੍ਰਚਲਿਤ ਹੈ। ਮਹਾਨ ਸੂਫੀਆਂ ਵਿੱਚੋਂ ਇੱਕ, ਭਾਰਤ ਦੇ ਮਹਾਨ ਸੂਫੀਆਂ ਵਿੱਚੋਂ ਇੱਕ, ਅਤੇ ਉਹਨਾਂ ਦੀ ਬਾਣੀ ਸ਼ਾਮਿਲ ਕੀਤੀ ਗਈ ਹੈ।
ਭਗਤ ਕਬੀਰ ਜੀ ਭਗਤੀ ਕਰ ਰਹੇ ਹਨ ਅਤੇ ਉਹਨਾਂ ਕੋਲ ਕੋਈ ਭੱਜਿਆ ਆਉਂਦਾ ਹੈ, ਉਹਨਾਂ ਦੇ ਗੁਆਂਢ ਵਿੱਚੋਂ, ਉਹਨਾਂ ਦੇ ਪਿੰਡ ਵਿੱਚੋਂ ਉਹਨਾਂ ਕੋਲ ਕੋਈ ਭੱਜਿਆ ਆਉਂਦਾ ਹੈ ਅਤੇ ਕਹਿੰਦਾ ਹੈ ਤੁਹਾਡੇ ਘਰ ਨੂੰ ਅੱਗ ਲੱਗ ਗਈ, ਤੁਹਾਡੇ ਘਰ ਨੂੰ ਅੱਗ ਲੱਗ ਗਈ। ਭਗਤ ਕਬੀਰ ਜੀ ਆਰਾਮ ਨਾਲ, ਉਹ ਠੀਕ ਹਨ, ਉਹ ਕਹਿੰਦੇ ਹਨ ਚਲੋ ਚੱਲ ਕੇ ਵੇਖਦੇ ਹਾਂ। ਉਹ ਆਉਂਦੇ ਹਨ ਅਤੇ ਵੇਖਦੇ ਹਨ ਬਿਲਕੁਲ ਉਹਨਾਂ ਦੇ ਘਰ ਨੂੰ ਅੱਗ ਲੱਗੀ ਹੋਈ ਹੈ ਅਤੇ ਉਹ ਹੱਸਣ ਲੱਗਦੇ ਹਨ ਅਤੇ ਉਹਨਾਂ ਦਾ ਗੁਆਂਢੀ ਕਹਿੰਦਾ ਹੈ ਤੁਸੀਂ ਹੱਸ ਕਿਉਂ ਰਹੇ ਹੋ, ਤੁਹਾਡੇ ਘਰ ਨੂੰ ਅੱਗ ਲੱਗੀ ਹੋਈ ਹੈ। ਭਗਤ ਕਬੀਰ ਜੀ ਦਾ ਜਵਾਬ ਹੈ ਮੇਰਾ ਹੋਵੇ ਤਾਂ ਰੋਵਾਂ, ਜੇਕਰ ਇਹ ਮੇਰਾ ਹੁੰਦਾ, ਅਸਲ ਵਿੱਚ ਮੇਰਾ, ਫਿਰ ਮੈਂ ਰੋਂਦਾ, ਪਰ ਇਹ ਮੇਰਾ ਨਹੀਂ ਹੈ। ਕੀ ਤੁਸੀਂ ਉਹ ਮਾਨਸਿਕਤਾ ਵੇਖੀ ਹੈ? ਮੈਂ ਠੀਕ ਹਾਂ, ਮੇਰਾ ਘਰ ਸੜ ਰਿਹਾ ਹੈ, ਨਹੀਂ ਇਹ ਮੇਰਾ ਘਰ ਨਹੀਂ ਹੈ, ਇਹ ਮੇਰਾ ਨਹੀਂ ਹੈ। ਅਤੇ ਕਬੀਰ ਜੀ ਦਾ ਗੁਰਬਾਣੀ ਵਿੱਚ ਇਹਨਾਂ ਸਤਰਾਂ ਨਾਲ ਬਿਲਕੁਲ ਮਿਲਦਾ ਜੁਲਦਾ ਇੱਕ ਸ਼ਬਦ ਹੈ। ਇਹ ਸ਼ੁਰੂ ਹੁੰਦਾ ਹੈ ਆਪੇ ਪਾਵਕ ਆਪੇ ਪਵਨਾ, ਉਹ ਆਪ ਹੀ, ਇਹ ਇੱਕ ਹੀ। ਅਤੇ ਅਗਲੇ ਕੁਝ ਦਿਨ ਜੇਕਰ ਤੁਸੀਂ ਕੁਝ ਸਭਾਵਾਂ ਵਿੱਚ ਆਉਂਦੇ ਹੋ ਜੋ ਕਿ ਮੈਂ ਚਲਾਉਣ ਜਾ ਰਿਹਾ ਹਾਂ, ਅਸੀਂ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ। ਇਹ ਇੱਕ ਆਪ ਹੀ ਅੱਗ ਹੈ, ਇੱਕ ਹੀ ਹਵਾ ਹੈ। ਉਹ ਪ੍ਰਭੂ ਅਤੇ ਮਾਲਕ ਜੋ ਕੁਝ ਵੀ ਉਹ ਸਾੜਨਾ ਚਾਹੁੰਦਾ ਹੈ, ਇਸ ਬਾਰੇ ਕੋਈ ਵੀ ਕੁਝ ਨਹੀਂ ਕਰ ਸਕਦਾ, ਕੋਈ ਵੀ ਇਸ ਬਾਰੇ ਕੁਝ ਨਹੀਂ ਕਰ ਸਕਦਾ। ਜਾ ਰਹਿ ਖਸਮ ਤਾਂ ਰਾਖੈ ਕਵਨਾ, ਤੁਹਾਨੂੰ ਕੌਣ ਬਚਾਏਗਾ? ਜਦੋਂ ਉਹ ਇੱਕ ਈਸ਼ਵਰ ਫੈਸਲਾ ਕਰਦਾ ਹੈ ਕਿ ਤੁਹਾਡੇ ਸੜਨ ਦਾ ਸਮਾਂ ਹੈ, ਤੁਸੀਂ ਇਸ ਨੂੰ ਘਰ ਤੇ ਵੀ ਲਾਗੂ ਕਰ ਸਕਦੇ ਹੋ। ਜਦੋਂ ਉਹ ਈਸ਼ਵਰ ਫੈਸਲਾ ਕਰਦਾ ਹੈ, ਜਦੋਂ ਹੁਕਮ ਫੈਸਲਾ ਕਰਦਾ ਹੈ ਕਿ ਤੁਹਾਡੇ ਘਰ ਦੇ ਸੜਨ ਦਾ ਸਮਾਂ ਹੈ, ਤੁਸੀਂ ਇਸ ਬਾਰੇ ਕੀ ਕਰੋਗੇ? ਜਦੋਂ ਮੈਂ ਪ੍ਰਭੂ ਦਾ ਨਾਮ ਜਪਦਾ ਹਾਂ, ਇਸ ਨਾਲ ਕੀ ਫਰਕ ਪੈਂਦਾ ਹੈ ਜੇਕਰ ਕੁਝ ਸੜ ਰਿਹਾ ਹੈ, ਜੇਕਰ ਮੇਰਾ ਸਰੀਰ ਸੜ ਰਿਹਾ ਹੈ? ਗੁਰੂ ਜੀ ਦੀਆਂ ਸਤਰਾਂ ਨੂੰ ਸੁਣੀਏ। ਜਦੋਂ ਮੈਂ ਪ੍ਰਭੂ ਦਾ ਨਾਮ ਜਪਦਾ ਹਾਂ, ਰਾਮ ਜਪਤ ਤਨ ਜਰ ਕੀ ਨਾ ਜਾਏ, ਫਿਰ ਕੀ ਹੋਇਆ ਜੇਕਰ ਮੇਰਾ ਸਰੀਰ ਸੜ ਵੀ ਰਿਹਾ ਹੈ? ਰਾਮ ਨਾਮ ਚਿਤ ਰਹਿਆ ਸਮਾਏ, ਮੇਰੀ ਚੇਤਨਤਾ ਇਸ ਰਾਮ ਨਾਮ ਵਿੱਚ ਸਮਾਈ ਰਹਿੰਦੀ ਹੈ। ਕੌਣ ਸੜ ਰਿਹਾ ਹੈ? ਕੌਣ ਨੁਕਸਾਨ ਨੂੰ ਸਹਿ ਰਿਹਾ ਹੈ? ਪਰਮਾਤਮਾ ਇਹ ਖੇਡ ਖੇਡ ਰਿਹਾ ਹੈ, ਜਿਵੇਂ ਇੱਕ ਬਾਜ਼ੀਗਰ ਗੇਂਦਾਂ ਦੇ ਨਾਲ ਉਹ ਇਹ ਖੇਡ ਖੇਡ ਰਿਹਾ ਹੈ। ਇਹ ਪਰਮਾਤਮਾ ਦੀ ਖੇਡ ਹੈ, ਇਹ ਮੇਰੀ ਖੇਡ ਨਹੀਂ। ਕਬੀਰ ਜੀ ਕਹਿੰਦੇ ਹਨ ਜੇਕਰ ਮੈਂ ਵੀ ਸੜ ਰਿਹਾ ਹਾਂ, ਕੌਣ ਹਾਰ ਰਿਹਾ ਹੈ? ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਉਹ ਮੁੱਖ ਕਿਰਦਾਰ ਨਹੀਂ ਹਨ। ਉਹਨਾਂ ਨੇ ਇੱਕ ਕਿਰਦਾਰ ਦੇ ਤੌਰ ਤੇ ਮੈਂ ਤੋਂ ਛੁਟਕਾਰਾ ਪਾ ਲਿਆ ਹੈ। ਉਹ ਕਹਿੰਦੇ ਹਨ ਇਹ ਤੁਹਾਡੀ ਜ਼ਿੰਦਗੀ ਹੈ, ਤੁਸੀਂ ਇਸ ਨੂੰ ਖੇਡ ਰਹੇ ਹੋ, ਇਸ ਦਾ ਮੈਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ। ਇਹੀ ਹੈ ਮੈਨੂੰ ਛੱਡਣ ਦਾ ਅਸਲੀ ਅਰਥ। ਸਿਰ ਧਰ ਤਲੀ ਗਲੀ ਮੇਰੀ ਆਓ, ਮੈਨੂੰ ਆਪਣਾ ਸਿਰ ਦੇ ਦਿਓ, ਮੈਨੂੰ ਆਪਣਾ ਅਸਤਿਤਵ ਦੇ ਦਿਓ, ਇਹ ਮੈਂ ਨਹੀਂ ਹੈ। ਕਬੀਰ ਜੀ ਕਹਿ ਰਹੇ ਹਨ ਜੇਕਰ ਇਹ ਸੜ ਵੀ ਰਿਹਾ ਹੈ, ਇਹ ਤੁਹਾਡੀ ਸਮੱਸਿਆ ਹੈ, ਮੇਰੀ ਨਹੀਂ। ਮੈਂ ਇੱਥੇ ਨਹੀਂ ਹਾਂ। ਕਹੋ ਕਬੀਰ ਅੱਖਰ ਦੋਏ ਭਾਖ, ਜਦੋਂ ਮੈਂ ਇਹਨਾਂ ਦੋ ਸ਼ਬਦਾਂ ਦਾ ਜਾਪ ਕਰਦਾ ਹਾਂ, ਰਾਰਾ ਅਤੇ ਮੰਮਾ, ਰਾਮ, ਜਦੋਂ ਮੈਂ ਦੋ ਅੱਖਰਾਂ ਵਾਲੇ ਰਾਮ ਦਾ ਜਾਪ ਕਰਦਾ ਹਾਂ, ਜਦੋਂ ਵੀ ਇਹ ਦੋ ਸ਼ਬਦ ਜਪੇ ਜਾਂਦੇ ਹਨ, ਜਦੋਂ ਵੀ ਸ਼ਬਦ ਨਾਮ ਤੁਹਾਡੇ ਮਨ ਵਿੱਚ ਹੁੰਦਾ ਹੈ, ਤਾਂ ਉਹ ਕਹਿੰਦੇ ਹਨ ਜੇਕਰ ਉਹ ਤੁਹਾਡਾ ਮਾਲਕ ਅਤੇ ਸੁਆਮੀ ਹੈ, ਉਹ ਤੁਹਾਡੀ ਰੱਖਿਆ ਕਰੇਗਾ। ਜਦੋਂ ਤੱਕ ਤੁਸੀਂ ਉਸ ਨਾਮ ਸਿਮਰਨ ਨੂੰ ਆਪਣੇ ਅੰਦਰ ਚੱਲਦੇ ਰਹਿਣ ਦਿਓਗੇ, ਤੁਸੀਂ ਠੀਕ ਹੋ ਜਾਓਗੇ। ਇਸ ਨੂੰ ਮੁੜ ਉਸ ਮਿਸਾਲ ਵਿੱਚ ਰੱਖਣ ਦੀ ਕੋਸ਼ਿਸ਼ ਕਰੋ ਜੋ ਮੈਂ ਤੁਹਾਨੂੰ ਦਿੱਤੀ ਹੈ, ਤਿਆਰ ਰਹਿਣ ਦੀ ਮਿਸਾਲ। ਤੁਸੀਂ ਓਨੀ ਦੇਰ ਠੀਕ ਰਹੋਗੇ ਜਿੰਨੀ ਦੇਰ ਨਾਮ ਸਿਮਰਨ ਚੱਲਦਾ ਰਹੇਗਾ।